ਪਹਿਰਾ ਨਹੀਂ ਦਿੰਦੇ। ਬਚਨਾਂ ਤੋਂ ਮੁਨਕਰ ਹੋ ਜਾਂਦੇ ਆ। ਗੁਰਮੁਖੋ ਆਪਣੀ ਜ਼ਿੰਦਗੀ ਦੇ ਵਿੱਚ ਨਿਘਾਰ ਆਉਂਦਾ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਰੀ ਹੀ ਗੁਰਸਿੱਖਾਂ ਨੂੰ ਸਮੱਤ ਬਖਸ਼ਣ ਕਿ ਸਾਡਾ ਇੱਕ ਜ਼ਿੰਦਗੀ ਦਾ ਆਧਾਰ ਆਸਰਾ ਗੁਰਬਾਣੀ, ਕੀਰਤਨ, ਕਥਾ ਬਣ ਜਾਵੇ। ਜਿਸ ਤਰ੍ਹਾਂ ਕਿ ਆਨੰਦ ਸਾਹਿਬ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟਹੁ, ਜਿਸ ਦੀਆਂ ਇਹ ਵਡਾਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਇਹ ਸੰਤ ਭਗਤ ਗੁਰਮੁਖ ਪਿਆਰਿਓ, ਸੱਚੇ ਨਾਮ ਨੂੰ ਆਸਰਾ ਬਣਾਉਣਾ, ਸੱਚੇ ਨਾਮ ਦੀ ਕਥਾ, ਸੱਚੇ ਨਾਮ ਦੀ ਬਾਣੀ ਅਤੇ ਸੱਚੇ ਹੀ ਨਾਮ ਦੀ ਗੁਰਬਾਣੀ ਦਾ ਕੀਰਤਨ ਕਰਨਾ ਅਤੇ ਸੁਣਨਾ ਰੋਜ਼ਾਨਾ। ਇਹਦੇ ਵਿੱਚ ਕਦੇ ਵਾਸਤੇ ਨਾਗਾ ਨਹੀਂ ਪਾਉਣਾ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਪਾਵਨ ਗੁਰਬਾਣੀ ਦਾ ਕੀਰਤਨ, ਪਾਵਨ ਗੁਰਬਾਣੀ ਦੀ ਕਥਾ, ਗੁਰ ਇਤਿਹਾਸ ਦੀ ਕਥਾ ਵਿਚਾਰ, ਪਾਵਨ ਗੁਰਬਾਣੀ ਦੀ ਦਾਤ ਹਰ ਇੱਕ ਗੁਰਸਿੱਖ ਦੀ ਝੋਲੀ ਵਿੱਚ ਪਾਉਣ। ਆਓ ਹੁਣ ਕੁਝ ਸਮੇਂ ਵਾਸਤੇ ਜੋ ਇਸ ਵਿਦਿਆਲੇ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੀ ਕਿਰਪਾ, ਰਹਿਮਤ, ਬਖਸ਼ਿਸ਼ ਦਾ ਸਦਕਾ ਲੜੀਵਾਰ ਸ਼੍ਰੀ ਜਪਜੀ ਸਾਹਿਬ ਜੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਆ। ਆਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਕੋ ਕਹਿ ਕਰੈ ਵਿਚਾਰ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਕਿ 4 ਪੌੜੀਆਂ ਸਰਵਣ ਕਰਨ ਦੇ ਸੰਬੰਧ ਵਿੱਚ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਉਚਾਰਨ ਕੀਤੀਆਂ, ਇਸੇ ਤਰ੍ਹਾਂ 4 ਪੌੜੀਆਂ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਸੰਬੋਧਨ ਕਰਕੇ ਉਚਾਰਨ ਕੀਤੀਆਂ। ਇਸੇ ਤਰ੍ਹਾਂ 16ਵੀਂ ਪੌੜੀ ਦੀ ਆਰੰਭਤਾ ਵਿੱਚ ਜਿੱਥੇ ਸੁਣਨਾ, ਮੰਨਣਾ ਅਤੇ ਨਾਲ ਗੁਰਮੁਖੋ ਨਿਧਿਆਸਣ ਦੇ ਸੰਬੰਧ ਵਿੱਚ ਸੱਚੇ ਪਾਤਸ਼ਾਹ ਨੇ ਇਹ ਪੰਕਤੀਆਂ ਉਚਾਰਨ ਕੀਤੀਆਂ। ਨਾਲ ਹੀ ਆਉਣ ਵਾਲੇ ਭਵਿੱਖਤ ਸਮੇਂ ਦੇ ਵਿੱਚ ਜਿਸ ਤਰ੍ਹਾਂ ਖਾਲਸਾ ਪੰਥ ਦੀ ਸਿਰਜਣਾ ਕਰਨੀ, 5 ਸਿੰਘਾਂ ਦੇ ਸੀਸ ਲੈਣੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ, ਉਹਨਾਂ ਨੂੰ ਆਪਣਾ ਨਿੱਜੀ ਰੂਪ ਦੇਣਾ, ਖਾਲਸਾ ਪੰਥ ਦੇ ਕੋਲੋਂ 5 ਪਿਆਰਿਆਂ ਕੋਲੋਂ 10ਵੇਂ ਜਾਮੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਸਮੇਤ ਪਰਿਵਾਰ ਫਿਰ 5 ਪਿਆਰਿਆਂ ਨੂੰ ਪ੍ਰਵਾਨ ਕਰਨਾ, ਉਹਨਾਂ ਨੂੰ ਪ੍ਰਵਾਨਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੁਗੋ ਜੁਗ ਅਟਲ ਗੁਰਤਾ ਗੱਦੀ ਬਖਸ਼ਿਸ਼ ਕਰਨੀ, ਸਿੱਖ ਨੂੰ 5 ਬਾਣੀਆਂ ਪੜ੍ਹਨੀਆਂ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 5 ਬਾਣੀਆਂ ਦੇ ਸੰਬੰਧ ਵਿੱਚ ਪ੍ਰਪੱਕ ਕਰਨਾ ਕਿ ਨਿਤਨੇਮ ਵਿੱਚ ਕਦੇ ਨਾਗਾ ਨਹੀਂ ਪਾਉਣਾ, ਫਿਰ ਕਰੈਤਾਂ ਦਾ ਤਿਆਰ ਕਰਨਾ, ਰਹਿਤ ਦੇ ਧਾਰ ਨਹੀਂ ਹੋਣਾ, 5 ਦਾ ਵਿਸਾਹ ਨਹੀਂ ਕਰਨਾ, 5 ਦੇ ਨਾਲ ਮੇਲ ਮਿਲਾਪ ਨਹੀਂ ਕਰਨਾ, ਫਿਰ ਜਿਹੜੇ ਸਿਰ ਗੁੰਮ, ਮੀਣੇ, ਮਸੰਦੀਏ, ਰਾਮ ਰਾਈਏ ਆ, ਉਹਨਾਂ ਦੇ ਨਾਲ ਗੁਰਮੁਖੋ ਰੋਟੀ ਅਤੇ ਬੇਟੀ ਦੀ ਸਾਂਝ ਨਹੀਂ ਕਰਨੀ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਆ। ਸਿਰ ਗੁੰਮ ਕਿਹਨੂੰ ਕਹਿੰਦੇ ਆ? ਜਿਹੜਾ ਪਾਸੇ ਪਾਸੇ ਕੇਸ ਰੱਖ ਲੈਂਦਾ ਅਤੇ ਵਿਚਾਲਿਓਂ ਸਿਰ ਦੇ ਵਿੱਚੋਂ ਕੇਸ ਕਟਾਉਂਦਾ, ਗੁਰਮੁਖੋ ਨੂੰ ਸਿਰ ਗੁੰਮ ਕਹਿੰਦੇ ਆ। ਸਿਰ ਗੁੰਮ ਦੇ ਨਾਲ ਵੀ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ,
ਤੇ ਜਿਹੜਾ ਪਤਿਤ ਹੋ ਜਾਂਦਾ, ਸਿਰ ਮਨਾਉਂਦਾ, ਦਾੜੀ ਮਨਾਉਂਦਾ, ਉਹਦੇ ਨਾਲ ਵੀ ਗੁਰਸਿੱਖ ਨੇ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਆ ਕਿ ਰਹਿਤ ਬਿਨਾ ਨ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ। ਇਹਨਾਂ ਪੰਕਤੀਆਂ ਵਿੱਚ ਜਿਹੜਾ ਨਿਧਿਆਸਨ ਕਰਦਾ ਉਹ ਪੰਜ ਪ੍ਰਵਾਨ ਹੁੰਦਾ, ਪੰਜ ਸ੍ਰੇਸ਼ਟ ਮੁਖੀ ਹੁੰਦਾ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਗੁਰਮੁਖੂ ਪ੍ਰਵਾਨ ਹੁੰਦਾ। ਅਤੇ ਫਿਰ ਸੱਚੇ ਪਾਤਸ਼ਾਹ ਨੇ ਇਹਨਾਂ ਪੰਕਤੀਆਂ ਵਿੱਚ ਖਾਲਸਾ ਪੰਥ ਦੀ ਸਿਰਜਣਾ ਭਵਿੱਖਤ ਬਚਨ ਕਹਿ ਕਰਕੇ, ਕਿਉਂਕਿ ਸਿੱਧਾ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿੰਨੇ ਜਾਮੇ ਧਾਰਨ ਕਰੋਗੇ। 10 ਜਾਮੇ ਧਾਰਨ ਕਰਨ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਅਤੇ ਫਿਰ ਸਿੱਧਾ ਨੇ ਬੇਨਤੀ ਕਰਨ 'ਤੇ ਕਿ 10ਵਾਂ ਜਾਮਾ ਕਿਹੋ ਜਿਹਾ ਹੋਵੇਗਾ। ਸਿੱਧਾਂ ਦੀ ਬੇਨਤੀ ਨੂੰ ਸੁਣ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਹੜੇ 10ਵੇਂ ਜਾਮੇ ਦੇ ਕੌਤਕ, ਖਾਲਸਾ ਪੰਥ ਦੀ ਸਿਰਜਣਾ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਾ, 5 ਸਿੰਘਾਂ ਦੇ ਸੀਸ ਲੈਣੇ, ਅੰਮ੍ਰਿਤ ਛਕਾਉਣਾ, ਧੜਾਂ ਦੇ ਨਾਲ ਸਿਰਾਂ ਨੂੰ ਜੋੜਨਾ, ਇਹ ਇਤਿਆਦਿਕ ਇਹਨਾਂ ਪੰਕਤੀਆਂ ਵਿੱਚ ਸੱਚੇ ਪਾਤਸ਼ਾਹ ਨੇ ਸਿੱਧਾਂ ਨੂੰ ਸੰਬੋਧਨ ਕਰਕੇ ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤੀ ਸੀ। ਅਤੇ ਸੱਚੇ ਪਾਤਸ਼ਾਹ ਹੁਣ ਸਾਨੂੰ ਸਮਝਾਉਂਦੇ ਆ। ਫਿਰ ਸਿੱਧਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੰਪੂਰਨ ਤੌਰ 'ਤੇ ਕੋਈ ਵਿਚਾਰ ਕਰ ਸਕਦਾ। ਅਤੇ ਸੱਚੇ ਪਾਤਸ਼ਾਹ ਜੀ ਨੇ ਜੋ ਸਿੱਧਾਂ ਨੇ ਸ਼ੰਕਾ ਕੀਤਾ, ਸਵਾਲ ਕੀਤਾ, ਅਤੇ ਸੱਚੇ ਪਾਤਸ਼ਾਹ ਪਰਥਾਈ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਸਾਖੀ ਨਾਮ ਹੁੰਦਾ ਸਿੱਖਿਆ ਦਾ, ਸਾਰਿਆਂ ਨੂੰ ਸਾਂਝੀ ਸਿੱਖਿਆ ਸਮਰੱਥ ਗੁਰੂ ਗੁਰਮੁਖੋ ਬਖਸ਼ਿਸ਼ ਕਰਦੇ ਆ। ਸੱਚੇ ਪਾਤਸ਼ਾਹ ਸਮਝਾਉਂਦੇ ਆ, ਜੇ ਕੋ ਕਹਿ ਕਰੈ ਵਿਚਾਰ, ਜੇ ਕੋਈ ਸੰਪੂਰਨ ਰੂਪ ਦੇ ਵਿੱਚ ਉਸ ਅਕਾਲ ਪੁਰਖ ਦੀ ਵਿਚਾਰ ਨੂੰ ਕਹਿਣ ਦਾ ਯਤਨ ਕਰਦਾ ਨਾ, ਅਤੇ ਗੁਰਮੁਖੋ ਉਹਦੇ ਮਨ ਦੇ ਅੰਦਰ ਹੰਕਾਰ ਹੀ ਆ। ਕਿਉਂ? ਆਪਾਂ ਤਾਂ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਜਿਹੜੀ ਪ੍ਰਕਿਰਤੀ ਆ ਉਹਦਾ ਅੰਤ ਨਹੀਂ ਪਾ ਸਕਦੇ। ਆਪਾਂ ਤੁਛ ਬੁੱਧੀ ਵਾਲੇ ਜੀਵ ਆ, ਆਪਾਂ ਤਾਂ ਪਰਮੇਸ਼ਰ ਦੀ ਪ੍ਰਕਿਰਤੀ ਦਾ ਅੰਤ ਨਹੀਂ ਪਾ ਸਕਦੇ। ਪਰਮੇਸ਼ਰ ਦਾ ਕਿਸ ਤਰ੍ਹਾਂ ਅੰਤ ਪਾਵਾਂਗੇ? ਅਤੇ ਸੱਚੇ ਪਾਤਸ਼ਾਹ ਨੇ ਅੱਗੇ ਕਥਨ ਕੀਤਾ, ਕਰਤੀ ਕੈ ਕਰਨਾ। ਕਰਤਾ ਨਾਮ ਹੈ ਅਕਾਲ ਪੁਰਖ ਵਾਹਿਗੁਰੂ ਦਾ। ਕਰਤਾ ਗੁਰਮੁਖੋ ਨੂੰ ਕਹਿੰਦੇ ਆ ਜਿਹੜਾ ਕਿਸੇ ਚੀਜ਼ ਨੂੰ ਬਣਾਉਣ ਵਾਲਾ ਹੋਵੇ। ਜਿਵੇਂ ਸੋਨੇ ਅਤੇ ਚਾਂਦੀ ਦੇ ਗਹਿਣੇ ਬਣਾਉਣ ਵਾਲਾ ਕਰਤਾ ਸੁਨਿਆਰਾ, ਉਹ ਸੋਨੇ ਅਤੇ ਚਾਂਦੀ ਦਾ ਕਰਤਾ। ਇਸ ਤਰ੍ਹਾਂ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਗੁਰਮੁਖੋ ਘੁਮਿਆਰ ਹੁੰਦਾ, ਉਹ ਭਾਂਡਿਆਂ ਦਾ ਕਰਤਾ। ਲੋਹੇ ਦੇ ਜਿਹੜੇ ਸੰਦ ਸ਼ਸਤਰ ਬਣਾਉਣ ਵਾਲਾ ਇੱਕ ਲੋਹਾਰ ਹੁੰਦਾ, ਉਹ ਲੋਹੇ ਦਾ ਕਰਤਾ। ਲੱਕੜ ਦੇ ਸਮਾਨ ਬਣਾਉਣ ਵਾਲਾ ਉਹ ਗੁਰਮੁਖੋ ਲੱਕੜ ਦਾ ਕਰਤਾ ਹੁੰਦਾ। ਇਸ ਤੋਂ ਸਭ ਤੋਂ ਵੱਡਾ ਕਰਤਾ ਅਕਾਲ ਪੁਰਖ ਵਾਹਿਗੁਰੂ ਆ। ਜਿਸ ਤਰ੍ਹਾਂ ਕਿ ਸੋਨੇ ਅਤੇ ਚਾਂਦੀ ਦੇ ਗਹਿਣੇ ਬਣਾਉਣ ਵਾਲਾ ਇੱਕ ਸੁਨਿਆਰਾ ਹੁੰਦਾ, ਉਹ ਆਪਣੀ ਕਿਰਤ ਕਰਦਾ, ਗਹਿਣੇ ਬਣਾਏ, ਵੇਚ ਦਿੱਤੇ ਆ। ਉਹਨੂੰ ਪਤਾ ਨਹੀਂ ਕਿ ਮੇਰੇ ਗਹਿਣੇ ਬਣਾਏ ਕਿਹਦੇ ਕੋਲ ਆ ਅਤੇ ਹੁਣ ਕਿਹਦੇ ਕੋਲ ਆ, ਕਿਹਨੂੰ ਦਿੱਤੇ ਸਨ, ਗੁਰਮੁਖੋ ਭੁੱਲ ਜਾਂਦਾ। ਪਰ ਅਕਾਲ ਪੁਰਖ ਵਾਹਿਗੁਰੂ ਇੱਕ ਸਮਰੱਥ ਕਰਤਾ। ਮਿੱਟੀ ਦੇ ਭਾਂਡੇ, ਇਹ ਜੀਵ ਰੂਪੀ ਭਾਂਡੇ ਬਣਾ ਕਰਕੇ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਦਾ, ਫਿਰ ਉਹਨਾਂ ਦਾ ਖਿਆਲ ਵੀ ਕਰਦਾ। ਜਿਸ ਤਰ੍ਹਾਂ ਇੱਕ ਘਰ ਦਾ ਮਾਲਕ ਹੁੰਦਾ, ਘਰ ਦਾ ਮਾਲਕ ਆਪਣੇ ਘਰ ਦੀ ਰਖਵਾਲੀ ਕਰਦਾ, ਚੀਜ਼ਾਂ ਵਸਤੂਆਂ ਦੀ ਸੰਭਾਲ ਕਰਦਾ। ਫਿਰ ਗੁਰਮੁਖੋ ਇਹ ਵੀ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਹੋਏ ਕਥਨ ਕਰਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਨੇ ਵੀ ਜੀਵਾਂ ਨੂੰ ਬਣਾ ਕਰਕੇ ਉਹਨਾਂ ਦੇ ਵਿੱਚ ਆਪਣੀ ਜੋਤ ਟਿਕਾਈ ਆ। ਵੇਖੋ, ਜਦੋਂ ਇਸ ਜੀਵ ਦੇ ਅੰਦਰੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ
ਜੋਤ ਨਿਕਲ ਜਾਂਦੀ ਆ, ਫਿਰ ਦੁਨੀਆ ਦੇ ਲੋਕ, ਰਿਸ਼ਤੇਦਾਰ, ਸਾਕ ਸੰਬੰਧੀ ਇਹਨੂੰ ਮੌਤ ਦਾ ਖਿਤਾਬ ਦੇ ਦਿੰਦੇ ਆ ਕਿ ਹੁਣ ਮਰ ਗਿਆ, ਇਹਦੇ ਵਿੱਚ ਸਵਾਸ ਨਹੀਂ ਰਹੇ। ਅਤੇ ਜਦੋਂ ਜ਼ਿੰਦਗੀ ਵਿੱਚ ਰਹਿੰਦਿਆਂ ਹੋਇਆਂ ਆਪਣੇ ਸਵਾਸਾਂ ਨੂੰ ਭੋਗਦਿਆਂ ਕਿੰਨੀ ਲੰਮੀ ਉਮਰ ਇਹ ਜੀਵ ਭੋਗਦਾ, ਅਤੇ ਗੁਰਮੁਖੋ ਜਦੋਂ ਸਵਾਸਾਂ ਦਾ ਅੰਤ ਹੋ ਗਿਆ, ਵਿੱਚੋਂ ਪਰਮੇਸ਼ਰ ਦੀ ਜੋਤ ਨਿਕਲ ਗਈ ਆ, ਇੱਕ ਦਿਨ ਤੋਂ ਬਾਅਦ ਜਦੋਂ ਦੂਜਾ ਦਿਨ ਚੜ੍ਹਦਾ, ਇਹੋ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਗੁਰਮੁਖੋ ਮੁਸ਼ਕਲ ਲੱਗ ਪੈਂਦਾ, ਇਹਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਆ, ਇਹਦੇ ਵਿੱਚ ਕਰਮ ਪੈ ਜਾਂਦੇ ਆ। ਵੇਖੋ ਪਰਮੇਸ਼ਰ ਦੀ ਜੋਤ, ਜਿੰਨਾ ਚਿਰ ਪਰਮੇਸ਼ਰ ਦੀ ਪੰਜ ਤੱਤਾਂ ਦੀ ਵਿੱਚ ਜੋਤ ਪ੍ਰਕਾਸ਼ ਸਰੂਪ ਹੁੰਦੀ ਆ, ਉਹਨਾਂ ਚਿਰ ਭਾਵੇਂ 100 ਸਾਲ, 10 ਸਾਲ, 20 ਸਾਲ ਦਾ ਸਮਾਂ ਵੀ ਆਪਣੀ ਜ਼ਿੰਦਗੀ ਨੂੰ ਇਸ ਧਰਤੀ 'ਤੇ ਭੋਗਦਾ, ਪਰ ਸਰੀਰ ਵਿੱਚੋਂ ਗੁਰਮੁਖੋ ਕਦੇ ਬਦਬੂ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਵਿੱਚ ਪਰਮੇਸ਼ਰ ਦੀ ਜੋਤ ਟਿਕੀ ਆ। ਇੱਥੇ ਸਿੱਧਾਂ ਨੂੰ ਸੰਬੋਧਨ ਕਰਕੇ ਸੱਚੇ ਪਾਤਸ਼ਾਹ ਕਥਨ ਕਰਦੇ ਆ, ਕਰਤੇ ਕਈ ਕਾਰਣਾ ਨਾਮਕ ਕਰਤੱਵ ਕੌਤਕ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਕੌਤਕ ਆ, ਨਾ ਹੀ ਸਮਾਰ ਨਾਮ ਗੁਰਮੁਖੋ ਗਿਣਤੀ ਦਾ। ਜਿਹੜੇ ਪਰਮੇਸ਼ਰ ਦੇ ਕੀਤੇ ਹੋਏ ਕੌਤਕ ਆ, ਉਹਨਾਂ ਦੀ ਗੁਰਮੁਖੋ ਕੋ ਗਿਣਤੀ ਮਿਣਤੀ ਨਹੀਂ ਕਰ ਸਕਦਾ। ਮਨ ਦੀ ਚਾਤਰ ਚਲਾਕੀ ਦੇ ਨਾਲ ਗੁਰਮੁਖੋ ਜਾਂ ਕਾਗਜ਼ ਦੇ ਨਾਲ ਪਰਮੇਸ਼ਰ ਦੀ ਕੋਈ ਗਿਣਤੀ ਨਹੀਂ ਕਰ ਸਕਦਾ, ਕਿਉਂਕਿ ਜਿਹੜੀ ਪਰਮੇਸ਼ਰ ਨੇ ਪ੍ਰਕਿਰਤੀ ਬਣਾਈ ਆ, ਧਰਤੀ ਬਣਾਈ ਆ, ਕਿੰਨੇ ਜੀਵ ਜੰਤੂ ਆ, ਕਿੱਥੋਂ ਸ਼ੁਰੂ ਹੁੰਦੀ ਆ, ਕਿੱਥੇ ਧਰਤੀ ਦਾ ਅੰਤ ਹੁੰਦਾ, ਕਦੋਂ ਬਣਾਈ ਆ, ਇੱਥੇ ਕਿਹੋ ਜਿਹੇ ਜੀਵ ਆ, ਕਿੰਨੀ ਬਨਸਪਤੀ ਆ, ਕਿੰਨੇ ਫਲ ਵਾਲੇ ਬੂਟੇ ਆ, ਕਿੰਨੇ ਜੰਗਲ ਆ, ਕਿੰਨੇ ਧਰਤੀ 'ਤੇ ਦਰਿਆ, ਗੁਰਮੁਖੋ ਕੋਈ ਵੀ ਇਹਦੀ ਗਿਣਤੀ ਨਹੀਂ ਪਾ ਸਕਦਾ। ਅਤੇ ਸੱਚੇ ਪਾਤਸ਼ਾਹ ਇਹਦੀ ਕੋਈ ਗਿਣਤੀ ਨਹੀਂ ਪਾ ਸਕਦਾ। ਸੱਚੇ ਪਾਤਸ਼ਾਹ ਦੇ ਉੱਪਰ ਫਿਰ ਸਿੱਧਾਂ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਗਿਣਤੀ ਕਿਉਂ ਨਹੀਂ ਆਉਂਦੀ? ਜਿਸ ਤਰ੍ਹਾਂ ਕਿ 84 ਲੱਖ ਜੂਨਾਂ ਇਹਨਾਂ ਦੀ ਗਿਣਤੀ ਆ। ਫਿਰ ਸੱਚੇ ਪਾਤਸ਼ਾਹ ਜਿਹੜੀ ਧਰਤੀ ਆ 50 ਕਰੋੜ ਯੋਜਨ ਧਰਤੀ ਆ, ਇਹ ਵੀ ਗਿਣਤੀ ਵਿੱਚ ਆ। 84 ਲੱਖ ਜੂਨਾਂ ਸੱਚੇ ਪਾਤਸ਼ਾਹ ਇਹ ਵੀ ਗਿਣਤੀ ਵਿੱਚ ਆ। ਤਾਂ ਜਿਸ ਤਰ੍ਹਾਂ ਕਿ ਸਾਡੀ ਸੋਚ, ਸਾਡੀ ਮੱਤ ਆ, ਸਨਾਤਨ ਮੱਤ ਆ, ਜਾਂ ਹੋਰ ਮੱਤਾਂ ਵਾਲੇ ਕਹਿੰਦੇ ਕਿ ਧਰਤੀ ਦੇ ਥੱਲੇ ਧੌਲਾ ਬਲਦਿਆ, ਗੁਰਮੁਖ ਸੱਚੇ ਪਾਤਸ਼ਾਹ ਇਹ ਤਾਂ ਸਭ ਕੁਛ ਗਿਣਤੀ ਵਿੱਚ ਆਉਂਦਾ। ਅਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ ਆ ਕਿ ਜੇ ਕੋ ਬੁੱਝੈ ਹੋਵੈ ਸਚਿਆਰ। ਜੇ ਕੋਈ ਬੁੱਝ ਨਾ ਕਰੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਗਿਣਤੀ ਕਰਨ ਦਾ ਯਤਨ ਕਰੇ, ਅਤੇ ਉਹਦੇ ਅੰਦਰ ਗੁਰਮੁਖੋ ਹੰਕਾਰੀ ਆ, ਹੰਕਾਰ ਤੋਂ ਬਿਨਾਂ ਕੁਛ ਵੀ ਨਹੀਂ। ਧਵਲੇ ਉੱਪਰ ਕੀਤਾ ਭਾਰ, ਜਿਹੜਾ ਤੁਸੀਂ ਧੌਲਾ ਬਲਦ ਦੱਸਦੇ ਆ, ਇਹਦੇ ਫਿਰ ਉੱਪਰ ਕਿੰਨਾ ਕੁ ਭਾਰ ਆ। ਅਤੇ ਸੱਚੇ ਪਾਤਸ਼ਾਹ ਨੇ ਜਦੋਂ ਸਿੱਧਾਂ ਨੂੰ ਸਵਾਲ ਕੀਤਾ ਕਿ ਤੁਸੀਂ ਦੱਸਣਾ ਕਰੋ ਕਿ ਧਰਤੀ ਦੇ ਥੱਲੇ ਕੌਣ ਆ? ਕਹਿਣ ਲੱਗੇ ਜੀ ਬਲਦ ਆ। ਅਤੇ ਬਲਦ ਦੇ ਥੱਲੇ ਕੀ ਆ? ਕਹਿਣ ਲੱਗੇ ਜੀ ਉਹਦੇ ਥੱਲੇ ਧਰਤੀ ਆ। ਫਿਰ ਜਿਹੜੀ ਉਹ ਧਰਤੀ ਆ ਉਹਦੇ ਥੱਲੇ ਕੌਣ ਆ? ਕਹਿਣ ਲੱਗੇ ਜੀ ਉਹਦੇ ਥੱਲੇ ਵੀ ਬਲਦ ਆ। ਆਖਰਕਾਰ ਤਾਂ ਸਾਨੂੰ ਮੰਨਣਾ ਪਵੇਗਾ ਕਿ ਜਿਹੜੀ ਧਰਤੀ ਆ ਨਿਰਾਧਾਰ ਆ, ਕਿਸੇ ਦੇ ਆਸਰੇ 'ਤੇ ਨਹੀਂ ਖਲੋਤੀ। ਇਸ ਤਰ੍ਹਾਂ ਗਿਣਤੀ ਕਰਦਿਆਂ ਸਿੱਧ ਲੋਕ ਕਹਿੰਦੇ ਸਨ ਕਿ ਧਰਤੀ ਦੇ ਥੱਲੇ ਧੌਲਾ ਬਲਦ ਆ, ਬਲਦ ਦੇ ਸਿੰਘਾਂ ਦੇ ਉੱਪਰ ਧਰਤੀ ਖਲੋਤੀ ਆ। ਆਮ ਤੌਰ 'ਤੇ ਦੁਨੀਆ 'ਤੇ ਇਹ ਗੱਲ ਪ੍ਰਚਲਿਤ ਆ ਕਿ ਜਦੋਂ ਧਰਤੀ 'ਤੇ ਭੁਚਾਲ ਆਉਂਦਾ ਉਦੋਂ ਬਲਦ ਦੇ ਸਿੰਘਾਂ 'ਤੇ ਜਿਹੜੀ ਧਰਤੀ ਖਲੋਤੀ ਆ, ਇੱਕ ਸਿੰਘ ਤੋਂ ਜਦੋਂ ਦੂਜੇ ਸਿੰਘ 'ਤੇ ਬਲਦ ਧਰਤੀ ਕਰਦਾ ਤਾਂ ਉਦੋਂ ਭੁਚਾਲ ਆਉਂਦਾ। ਅਤੇ ਸੱਚੇ ਪਾਤਸ਼ਾਹ ਸਿੱਧਾਂ ਨੂੰ ਸਵਾਲ ਕਰਦੇ ਆ ਕਿ ਜਿਵੇਂ ਇਹ ਧਰਤੀ ਆ, ਤੁਹਾਡਾ ਮੱਤ ਆ, ਤੁਹਾਡੀ ਸੋਚ ਆ ਕਿ ਧਰਤੀ ਦੇ ਥੱਲੇ ਬਲਦ ਆ, ਬਲਦ ਦੇ ਥੱਲੇ ਕੀ ਹੈ? ਕਹਿਣ ਲੱਗੇ ਸੱਚੇ ਪਾਤਸ਼ਾਹ ਉਹਦੇ ਥੱਲੇ ਵੀ ਧਰਤੀ ਆ। ਅਤੇ ਫਿਰ ਜਿਹੜੀ ਉਹ ਧਰਤੀ ਆ ਉਹਦੇ ਥੱਲੇ ਕੀ ਆ? ਆਖਰਕਾਰ ਸਿੱਧਾਂ ਨੂੰ ਮੰਨਣਾ ਪਿਆ
ਕਿ ਸੱਚੇ ਪਾਤਸ਼ਾਹ ਇਹ ਨਿਰਾ ਧਾਰਿਆ ਤੇ ਸੱਚੇ ਪਾਤਸ਼ਾਹ ਧਵੜੇ ਉੱਪਰ ਕੀਤਾ ਭਾਰ। ਉਹ ਜਿਹੜਾ ਧੌਲਾ ਬਲਦ ਆ ਉਹ ਕੀ ਆ, ਉਹਨੇ ਇੰਨਾ ਭਾਰ ਕਿਵੇਂ ਚੁੱਕਿਆ ਆਪਣੇ ਸਿਰ ਦੇ ਉੱਪਰ। ਤੇ ਸੱਚੇ ਪਾਤਸ਼ਾਹ ਨੇ ਅੱਗੇ ਫਿਰ ਬਚਨ ਕੀਤਾ, ਧਰਤੀ ਹੋਰ ਪਰੈ ਹੋਰ ਹੋਰ, ਧਰਤੀ ਤੋਂ ਪਰੇ ਹੋਰ ਧਰਤੀ ਆ। ਇਹ ਨਹੀਂ ਵੀ ਆਹ ਧਰਤੀ ਆ, ਇਹਦੇ ਥੱਲੇ ਹੋਰ ਵੀ ਧਰਤੀ ਆ, ਉਹਦੇ ਥੱਲੇ ਹੋਰ ਵੀ ਧਰਤੀ ਆ। ਇਹਨਾਂ ਧਰਤੀਆਂ ਦਾ ਗੁਰਮੁਖੋ ਕੋਈ ਅੰਤ ਨਹੀਂ ਪਾ ਸਕਦਾ। ਤਿਸ ਤੇ ਭਾਰ ਤਲੈ ਕਾਵਣ ਜੋਰ। ਉਹ ਫਿਰ ਜਿਹੜੀ ਧਰਤੀ ਆ ਕਿਹਦੇ ਜ਼ੋਰ ਦੇ ਨਾਲ, ਕਿਹਦੇ ਬਲ ਦੇ ਨਾਲ ਖਲੋਤੀ ਆ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹੋਏ ਅੱਗੇ ਕਥਨ ਕਰਦੇ ਆ ਕਿ ਉਹ ਧੌਲਾ ਬਲਦ ਕੀ ਆ, ਧੌਲ ਧਰਮ ਦਇਆ ਕਾ ਪੂਤ। ਜਿਹੜਾ ਤੁਸੀਂ ਕਥਨ ਕਰਦੇ ਆ ਨਾ ਕਿ ਬਲਦ ਆ, ਗੁਰਮੁਖੋ ਧਰਤੀ ਦੇ ਥੱਲੇ ਕੋਈ ਵੀ ਬਲਦ ਨਹੀਂ। ਧੌਲ ਨਾਮ ਹੈ ਬਲਦ ਦਾ, ਧਰਮ ਦਇਆ ਕਾ ਪੂਤ। ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਵਿੱਚ ਸਿੱਧ ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਹੜਾ ਬਲਦ ਆ ਇਹ ਮਾਂ ਦੇ ਪੇਟ ਤੋਂ ਜਨਮ ਲੈਂਦਾ, ਅਤੇ ਜਿਹੜਾ ਤੁਸੀਂ ਧਰਮ ਰੂਪੀ ਧੌਲਾ ਬਲਦ ਦੱਸਦੇ ਆ ਇਹ ਕਿਵੇਂ ਪੈਦਾ ਹੋਇਆ। ਕਿਉਂਕਿ ਜਿਹੜੇ ਸਿੱਧ ਲੋਕ ਸਨ ਉਹ ਆਮ ਮਨੁੱਖ ਨਹੀਂ ਸਨ, ਭਗਤੀ ਅਤੇ ਸ਼ਕਤੀ ਦੇ ਮਾਲਕ ਸਨ। ਪਰ ਫਰਕ ਇੰਨਾ ਸੀ, ਆਪਣੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਦਿਖਾ ਕਰਕੇ ਲੋਕਾਂ ਨੂੰ ਭਰਮਾਉਂਦੇ ਸਨ, ਪਰ ਆਪਣੀ ਪੂਜਾ ਕਰਾਉਂਦੇ ਸਨ। ਕਿਉਂਕਿ ਜਿਹੜਾ ਮਨੁੱਖ ਆ ਕਿਸੇ ਦੇਵੀ ਦੇਵਤੇ, ਮੜੀ ਮਸਾਣੀ ਜਾਂ ਕਬਰ ਦੀ ਪੂਜਾ ਕਰਨ ਵਾਸਤੇ ਇਸ ਧਰਤੀ 'ਤੇ ਨਹੀਂ ਆਇਆ। ਗੁਰਮੁਖੋ ਇਸ ਧਰਤੀ 'ਤੇ ਮਨੁੱਖ ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦਾ ਨਾਮ ਜਪਣ ਵਾਸਤੇ ਆਇਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਰੀ ਧਰਤੀ 'ਤੇ ਗਏ ਆ। ਕੋਈ ਵੀ ਦੇਵੀ ਦੇਵਤਾ, ਪੀਰ ਪਕੰਬਰ, ਔਲੀਆ ਸਾਰੀ ਧਰਤੀ ਦੀ ਯਾਤਰਾ ਕਰਕੇ ਸਾਰੀ ਦੁਨੀਆ ਦੇ ਲੋਕਾਂ ਨੂੰ ਨਹੀਂ ਅਕਾਲ ਪੁਰਖ ਵਾਹਿਗੁਰੂ ਦਾ ਉਪਦੇਸ਼ ਦੇ ਸਕਿਆ। ਇੱਕੋ ਇੱਕ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹਨ ਜਿਹੜੇ ਸਾਰੀ ਧਰਤੀ 'ਤੇ ਗਏ ਆ। ਉਹਨਾਂ ਦੇ ਪਰਥਾਏ ਭਾਈ ਗੁਰਦਾਸ ਜੀ ਦਾ ਬਚਨ ਹੈ, ਬਾਬੇ ਡਿੱਠੀ ਪਿਰਥਮੀ ਨਵੈ ਖੰਡ ਜਿੱਥੇ ਤੱਕ ਆਏ। ਜਿੱਥੋਂ ਤੱਕ ਧਰਤੀ ਦਾ ਅੰਤ ਹੁੰਦਾ, ਗੁਰਮੁਖ ਸਾਰੀ ਧਰਤੀ 'ਤੇ ਜਾ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੀ ਦੁਨੀਆ ਦੇ ਲੋਕਾਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਉਪਦੇਸ਼ ਦਿੱਤਾ ਕਿ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ, ਪੱਥਰਾਂ ਨੂੰ ਨਹੀਂ ਮੰਨਣਾ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ। ਅਤੇ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਕਿ ਉਹ ਬਲਦ ਆ, ਉਹ ਮਾਂ ਦੇ ਪੇਟੋਂ ਜਨਮ ਲੈਂਦਾ, ਮਾਂ ਦੇ ਪੇਟ ਤੋਂ ਪੈਦਾ ਹੁੰਦਾ। ਅਤੇ ਜਿਹੜਾ ਤੁਸੀਂ ਧੌਲਾ ਬਲਦ ਦੱਸਦੇ ਆ, ਇਹ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਇਹ ਪੈਦਾ ਕਿਸ ਤਰ੍ਹਾਂ ਹੋਇਆ। ਧੌਲ ਧਰਮ, ਇਹਦਾ ਨਾਮ ਹੈ ਧਰਮ। ਅਤੇ ਜਿਹੜਾ ਧਰਮ ਆ ਇਹ ਪੈਦਾ ਕਿੱਥੋਂ ਹੁੰਦਾ, ਦਇਆ ਕਾ ਪੂਤ। ਦਇਆ ਤੋਂ ਗੁਰਮੁਖੋ ਧਰਮ ਪੈਦਾ ਹੁੰਦਾ। ਅਤੇ ਜਿਹੜੀ ਧਰਤੀ ਆ ਇਹ ਧਰਮ ਦੇ ਨਾਂ 'ਤੇ ਖਲੋਤੀ ਆ, ਨਾ ਕਿ ਧੌਲੇ ਬਲਦ ਦੇ ਸਿੰਘਾਂ 'ਤੇ ਖਲੋਤੀ ਆ। ਗੁਰਮੁਖੋ ਜਿਹੜੀ ਧਰਤੀ ਆ ਇਹਨੂੰ ਦੁਨੀਆ ਦੇ ਲੋਕਾਂ ਦਾ ਭਾਰ ਨਹੀਂ ਲੱਗਦਾ, ਪਰਬਤਾਂ ਦਾ ਭਾਰ ਨਹੀਂ ਲੱਗਦਾ, ਦਰਿਆਵਾਂ ਦਾ ਭਾਰ ਨਹੀਂ ਲੱਗਦਾ, ਬਨਸਪਤੀ ਦਾ ਭਾਰ ਨਹੀਂ ਲੱਗਦਾ। ਗੁਰਮੁਖੋ ਇਹਨੂੰ ਧਰਤੀ ਨੂੰ ਭਾਰ ਲੱਗਦਾ। ਅਕਸਰ ਕਿਹਦਾ ਭਾਰ ਲੱਗਦਾ, ਪਾਪਾਂ ਦਾ ਭਾਰ ਲੱਗਦਾ। ਅਤੇ ਅਕਿਰਤਕਣ ਜਿਹੜੇ ਲੋਕ ਹੁੰਦੇ ਆ ਗੁਰਮੁਖੋ ਉਹਨਾਂ ਦਾ ਭਾਰ ਲੱਗਦਾ। ਅਕਿਰਤਕਣ ਕੌਣ ਹੁੰਦਾ, ਜਿਹੜਾ ਕਿਸੇ ਦੇ ਕੀਤੇ ਹੋਏ ਪਾਰ ਉਪਕਾਰ ਨੂੰ ਭੁੱਲ ਜਾਵੇ, ਉਹਨੂੰ ਗੁਰਮਤਿ ਦੇ ਅਸੂਲਾਂ ਅੰਦਰ ਜਾਂ ਧਾਰਮਿਕ ਗ੍ਰੰਥਾਂ ਅੰਦਰ ਉਸ ਜੀਵ ਨੂੰ ਅਕਿਰਤਕਣ ਕਿਹਾ ਜਾਂਦਾ ਹੈ। ਅਕਿਰਤਕਣ ਦਾ ਭਾਰ ਧਰਤੀ ਨੂੰ ਲੱਗਦਾ। ਅਕਿਰਤਪਣ ਦੇ ਭਾਰ ਦੇ ਪ੍ਰਥਾਏ ਭਾਈ ਗੁਰਦਾਸ ਜੀ ਦਾ ਕਥਨ ਹੈ, ਭਾਰੇ ਭੁਈ ਅਕਿਰਤ ਕਣਾ ਮੰਦੀ ਹੂੰ ਮੰਦੇ। ਧਰਤੀ ਵੀ ਕਥਨ ਕਰਦੀ ਆ ਕਿ ਮੈਨੂੰ ਪਰਬਤਾਂ ਦਾ ਭਾਰ ਨਹੀਂ ਲੱਗਦਾ, ਦਰਿਆਵਾਂ ਦਾ ਭਾਰ ਨਹੀਂ ਲੱਗਦਾ। ਦੁਨੀਆ 'ਤੇ ਵੇਖੋ ਲੋਕਾਂ ਨੇ ਰਹਿਣ ਵਾਸਤੇ ਮਕਾਨ ਬਣਾਏ ਆ, ਰਾਜਿਆਂ ਨੇ ਆਪਣੀਆਂ ਫੌਜਾਂ ਵਾਸਤੇ, ਦੇਸ਼ ਦੀ ਰਖਵਾਲੀ ਵਾਸਤੇ ਗੁਰਮੁਖੋ ਕਿਲੇ ਬਣਾਏ ਆ। ਨਾ ਤਾਂ ਘਰਾਂ ਦਾ, ਨਾ ਮਹਿਲਾਂ ਦਾ,
ਨਾ ਕਿਲਿਆਂ ਦਾ, ਨਾ ਦਰਿਆਵਾਂ ਦਾ, ਨਾ ਬਨਸਪਤੀ ਦਾ। ਗੁਰਮੁਖੋ ਧਰਤੀ ਨੂੰ ਭਾਰ ਨਹੀਂ ਲੱਗਦਾ, ਅਕਿਰਤ ਕਣ ਦਾ ਭਾਰ ਲੱਗਦਾ। ਤੇ ਅਕਿਰਤ ਕਣ ਜੀਵ ਕਿਵੇਂ ਆ? ਪਰਮੇਸ਼ਰ ਦੀ ਦਰਗਾਹ ਵਿੱਚੋਂ ਵਾਅਦਾ ਕਰਕੇ ਆਇਆ ਕਿ ਪਰਮੇਸ਼ਰ ਮੈਨੂੰ ਮਾਤਾ ਦੇ ਉਦਰ ਤੋਂ ਬਾਹਰ ਕੱਢੋ, ਧਰਤੀ 'ਤੇ ਜਨਮ ਦਿਓ, ਮੈਂ ਆਪ ਜੀ ਦੀ ਬੰਦਗੀ ਕਰਾਂਗਾ। ਪਰ ਹੁੰਦਾ ਕੀ ਆ? ਪਾਵਨ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ, ਲੇਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਆਮਰ ਵਰਤਾਇਆ। ਮਾਂ ਦੇ ਪੇਟ ਤੋਂ ਜਨਮ ਲਿਆ, ਜਿਹੜੀ ਪਰਮੇਸ਼ਰ ਦੇ ਨਾਲ ਲਿਵ ਲੱਗੀ ਸੀ ਨਾ, ਉਹ ਟੁੱਟ ਗਈ ਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਜਿਵੇਂ ਜਿਵੇਂ ਬੰਦੇ ਦਾ ਸਰੀਰ ਵੱਧਦਾ ਗਿਆ, ਤ੍ਰਿਸ਼ਨਾ ਗੁਰਮੁਖੋ ਆਪਣਾ ਰੂਪ ਬਦਲਦੀ ਗਈ। ਤ੍ਰਿਸ਼ਨਾ ਘਟੀ ਨਹੀਂ, ਤ੍ਰਿਸ਼ਨਾ ਮੁੱਕੀ ਨਹੀਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਆਮਰ ਵਰਤਾਇਆ। ਮਾਇਆ ਦੇ ਜੰਜਾਲ ਵਿੱਚ ਪੈ ਗਿਆ। ਕਿਸ ਤਰ੍ਹਾਂ ਪੈ ਗਿਆ? ਮਾਇਆ ਦੇ ਜੰਜਾਲ ਵਿੱਚ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਪੀਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ। ਗੁਰਮੁਖੋ ਜਿਸ ਤਰ੍ਹਾਂ ਜੀਵ ਦੇ ਸਰੀਰ ਵਿੱਚ ਤਬਦੀਲੀ ਆਉਂਦੀ ਗਈ ਆ, ਮਾਇਆ ਨੇ ਆਪਣਾ ਰੂਪ ਵਟਾਇਆ। ਫਿਰ ਸੱਚੇ ਪਾਤਸ਼ਾਹ ਨੇ ਇਸ ਮਾਇਆ ਦਾ ਅੰਤ ਕੀਤਾ। ਜਦੋਂ ਸਵਾਸਾਂ ਦਾ ਅੰਤ ਹੋਇਆ ਨਾ, ਤੇ ਮੁੜ ਕੇ ਗੁਰਮੁਖੋ ਜੀਵ ਪਛਤਾਉਂਦਾ। ਕਿਉਂ? ਪਿਛਲਾ ਪਾਸਾ ਦੂਰ ਰਹਿ ਗਿਆ, ਜਿਹੜਾ ਅਗਲਾ ਪਾਸਾ ਸੀ ਉਹ ਨੇੜੇ ਆ ਗਿਆ। ਧਰਮ ਰਾਜੇ ਦੇ ਦੂਤ ਆਏ ਆ, ਉਹ ਕੁੱਟਦੇ ਆ, ਮਾਰਦੇ ਆ, ਸਜ਼ਾ ਦਿੰਦੇ ਆ। ਪਰਲੋਕ ਦੇ ਰਸਤੇ ਬਾਰੇ ਸਾਰਾ ਪਤਾ ਲੱਗ ਗਿਆ ਕਿ ਮੈਨੂੰ ਦੁਨੀਆ ਛੱਡ ਕਰਕੇ ਪਰਲੋਕ ਵਿੱਚ ਜਾਣਾ ਪੈਣਾ, ਉੱਥੇ ਮੈਨੂੰ ਸਜ਼ਾ ਭੁਗਤਣੀ ਪੈਣੀ ਆ। ਗੁਰਮੁਖੋ ਫਿਰ ਪਛਤਾਉਂਦਾ। ਤੇ ਫਿਰ ਪਛਤਾਇਆ, ਆਬ ਪਛਤਾਇਆ ਕਿਆ ਕਰੇ ਜਬ ਚਿੜੀਆਂ ਚੁਗ ਗਈ ਖੇਤ। ਜਦੋਂ ਸਮਾਂ ਸੀ, ਸਵਾਸ ਸਨ, ਸਰੀਰ ਸੀ, ਉਦੋਂ ਤੋਂ ਗੁਰਮੁਖੋ ਨਾਮ ਨਹੀਂ ਜਪਿਆ। ਤੇ ਸੱਚੇ ਪਾਤਸ਼ਾਹ ਦੁਨੀਆ ਦੇ ਲੋਕਾਂ ਨੂੰ ਸੰਬੋਧਨ ਕਰਕੇ ਕਿ ਹਰ ਇੱਕ ਬੰਦੇ ਦਾ ਕਰਮ ਹੈ ਧਰਮੀ ਬਣਨਾ। ਭਾਵੇਂ ਹਿੰਦੂ ਆ, ਹਿੰਦੂ ਧਰਮ ਦੀ ਰੀਤੀ ਨੂੰ ਅਪਣਾਉਣਾ, ਮੁਸਲਮਾਨੀ ਆ, ਮੁਸਲਮਾਨੀ ਮੱਤ ਦੇ ਧਰਮ ਨੂੰ ਅਪਣਾਉਣਾ, ਈਸਾਈ ਆ, ਆਪਣੇ ਧਰਮ ਨੂੰ ਅਪਣਾਉਣਾ। ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਕੋਲ ਕਈ ਲੋਕ ਆ ਕਰਕੇ ਸਵਾਲ ਕਰਦੇ ਸਨ ਕਿ ਹਿੰਦੂ ਧਰਮ ਬਾਰੇ ਤੁਹਾਡਾ ਕੀ ਖਿਆਲ ਆ, ਮੁਸਲਮਾਨੀ ਧਰਮ ਬਾਰੇ ਤੁਹਾਡਾ ਕੀ ਖਿਆਲ ਆ। ਤੇ ਸੰਤ ਮਹਾਂਪੁਰਖ ਆਪਣੀ ਰਸਨਾ ਤੋਂ ਕਥਨ ਕਰਦੇ ਸਨ ਕਿ ਹਿੰਦੂ ਆਪਣੇ ਧਰਮ ਵਿੱਚ ਪੱਕਾ ਰਵੇ, ਮੁਸਲਮਾਨ ਆਪਣੇ ਧਰਮ ਵਿੱਚ ਪੱਕਾ ਰਵੇ, ਸਿੱਖ ਆਪਣੇ ਧਰਮ ਵਿੱਚ ਪੱਕਾ ਰਵੇ। ਹਿੰਦੂ ਦਾ ਧਰਮ ਕੀ ਆ? ਧੋਤੀ, ਬੋਦੀ ਤੇ ਜਨੇਊ ਪਾਉਣਾ ਤੇ 12 ਤਿਲਕ ਲਾਉਣੇ। ਮੁਸਲਮਾਨ ਦਾ ਧਰਮ ਕੀ ਆ? ਸੁੰਨਤ ਕਰਾਉਣੀ, 5 ਨਮਾਜ਼ਾਂ ਦੇ ਪੱਕੇ ਨਿਤਨੇਮੀ ਹੋਣਾ ਤੇ ਮੱਕੇ ਦਾ ਹੱਜ ਕਰਨਾ। ਇਹ ਗੁਰਮੁਖੋ ਮੁਸਲਮਾਨ ਦਾ ਧਰਮ ਆ। ਸੁੰਨਤ ਕਰਨੀ, 5 ਨਮਾਜ਼ਾਂ ਪੜ੍ਹਨੀਆਂ, 5 ਨਮਾਜ਼ਾਂ ਪੜ੍ਹਨੀਆਂ, ਉਹਦੇ ਵਿੱਚ ਕਦੇ ਨਾਗਾ ਨਹੀਂ ਪਾਉਣਾ ਤੇ ਮੱਕੇ ਦਾ ਹੱਜ ਕਰਨਾ। ਇਹ ਮੁਸਲਮਾਨ ਦਾ ਧਰਮ ਆ। ਫਿਰ ਈਸਾਈ ਦਾ ਕੀ ਧਰਮ ਆ? ਤੋਬਾ ਕਰਨੀ ਆ। ਫਿਰ ਆਪਣੇ ਜਿਹੜੇ ਧਾਰਮਿਕ ਗ੍ਰੰਥ ਆ ਉਹਨਾਂ ਨੂੰ ਪੜ੍ਹਨਾ, ਆਪਣੇ ਧਰਮ ਵਿੱਚ ਪਰਪੱਕ ਰਹਿਣਾ। ਤੇ ਸਿੱਖ ਦਾ ਧਰਮ ਕੀ ਆ? ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, 5 ਕਕਾਰ ਆਪਣੇ ਸਰੀਰ 'ਤੇ ਧਾਰਨ ਕਰਨੇ ਤੇ 5 ਕਕਾਰਾਂ ਦੀ ਰਹਿਤ ਰੱਖਣੀ ਆ। ਗੁਰਮੁਖੋ ਇਹਨੂੰ ਕਹਿੰਦੇ ਧਰਮ। ਫਿਰ ਇਹ ਜਿਹੜਾ ਧੌਲਾ ਬਲਦ ਆ, ਇਹ ਪ੍ਰਗਟ ਕਿਵੇਂ ਹੋ ਗਿਆ? ਇਹਦਾ ਜਨਮ ਕਿਵੇਂ ਹੋਇਆ? ਧੌਲ ਧਰਮ। ਇਹ ਜਿਹੜਾ ਧੌਲਾ ਬਲਦ ਆ, ਇਹ ਗੁਰਮੁਖੋ ਇਹ ਸਿੱਧ ਲੋਕੋ ਇਹ ਧਰਮ ਤੋਂ ਪੈਦਾ ਹੁੰਦਾ। ਤੇ ਫਿਰ ਧਰਮ ਕਿਵੇਂ ਪੈਦਾ ਹੋਇਆ? ਦਇਆ ਕਾ ਪੂਤ। ਜਿਹੜਾ ਧਰਮ ਹੈ ਇਹ ਦਇਆ ਤੋਂ ਪੈਦਾ ਹੁੰਦਾ। ਤੇ ਜਦੋਂ ਬੰਦੇ ਦੀ ਦਇਆ ਅੰਦਰ ਆਉਂਦੀ ਆ, ਉਦੋਂ ਧਰਮ ਦਾ ਧਾਰਨੀ। ਹੋਰ ਧਰਤੀ ਦੇ ਥੱਲੇ ਗੁਰਮੁਖੋ ਕੋਈ ਧੌਲਾ ਬਲਦ ਨਹੀਂ। ਇਹ ਸਿਰਫ ਧਰਮ ਦੇ ਆਸਰੇ ਇਹ ਧਰਤੀ ਨਿਰਾਧਾਰ ਖਲੋਤੀ ਹੈ।
ਇਹਦੇ ਥੱਲੇ ਹੋਰ ਕੋਈ ਆਸਰਾ ਨਹੀਂ ਹੈ। ਸੰਤੋਖ ਥਾਪ ਰਖਿਆ ਜਿਨ ਸੂਤ। ਤੇ ਫਿਰ ਸੰਤੋਖ ਥਾਪ ਰੱਖਿਆ ਜਿਨ ਸੂਤ। ਤੇ ਸੂਤ ਕਹਿੰਦੇ ਮਰਜ਼ਾਦਾ ਨੂੰ। ਪਰਮੇਸ਼ਰ ਨੇ ਧਰਤੀ ਪੈਦਾ ਕਰਕੇ ਤੇ ਜੀਵਾਂ ਨੂੰ ਆਪਣੀ ਮਰਜ਼ਾਦਾ ਵਿੱਚ ਬੰਨ੍ਹ ਕੇ ਰੱਖਿਆ ਹੋਇਆ। ਗੁਰਮੁਖੋ ਪਰਮੇਸ਼ਰ ਦੇ ਹੁਕਮ ਤੋਂ ਕੋਈ ਬਾਹਰ ਨਹੀਂ। ਪਰਮੇਸ਼ਰ ਦੇ ਹੁਕਮ ਵਿੱਚ ਹੀ ਜੀਵ ਆਉਂਦਾ, ਪਰਮੇਸ਼ਰ ਦੇ ਹੁਕਮ ਵਿੱਚ ਰਹਿੰਦਾ, ਪਰਮੇਸ਼ਰ ਦੇ ਸੱਦੇ 'ਤੇ ਪਰਲੋਕ ਸੁਧਾਰ ਜਾਂਦਾ। ਆਪਾਂ ਰੋਜ਼ ਗੁਰਬਾਣੀ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਤੇ ਫਿਰ ਸਿੱਧਾ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਜਿਵੇਂ ਧਵਲਾ ਬਲਦ ਆ, ਬਲਦ ਪਾਣੀ ਪੀਂਦਾ, ਚਾਰਾ ਖਾਂਦਾ, ਤੇ ਸੱਚੇ ਪਾਤਸ਼ਾਹ ਇਹ ਜਿਹੜਾ ਧਰਮ ਰੂਪੀ ਧੌਲਾ ਬਲਦ ਆ ਇਹ ਕੀ ਖਾਂਦਾ? ਸੱਚੇ ਪਾਤਸ਼ਾਹ ਇਹਦੀ ਵੀ ਕੋਈ ਖੁਰਾਕ ਹੋਣੀ ਆ। ਤੇ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਸੱਚੇ ਪਾਤਸ਼ਾਹ ਨੇ ਕਥਨ ਕੀਤਾ, ਇਹ ਜਿਹੜਾ ਧੌਲਾ ਧਰਮ ਰੂਪੀ ਬਲਦ ਆ ਇਹ ਸੰਤੋਖ ਰੂਪੀ ਚਾਰਾ ਖਾਂਦਾ। ਗੁਰਮੁਖੋ ਬਿਨਾਂ ਸੰਤੋਖ ਨਹੀਂ ਕੋ ਰਾਜਾ। ਜਿੰਨਾ ਚਿਰ ਬੰਦੇ ਦੇ ਅੰਦਰ ਸੰਤੋਖ ਨਹੀਂ ਆਉਂਦਾ ਉਹਦੇ ਮਨ ਦੀ ਗੁਰਮੁਖੋ ਕਦੇ ਵਾਸਤੇ ਤ੍ਰਿਪਤੀ ਨਹੀਂ ਹੁੰਦੀ। ਤੇ ਜਿਹੜੀ ਤ੍ਰਿਸ਼ਨਾ ਦੀ ਆਗਿਆ, ਜਿੰਨਾ ਚਿਰ ਆਪਾਂ ਨਾਮ ਨਹੀਂ ਜਪਾਂਗੇ ਤੇ ਤ੍ਰਿਸ਼ਨਾ ਦੀ ਅੱਗ ਕਦੇ ਵਾਸਤੇ ਬੁਝਦੀ ਨਹੀਂ। ਜੇਕਰ ਅੱਗ ਬਲਦੀ ਹੋਵੇ ਉਹਨੂੰ ਕੋਈ ਬੁਝਾਉਣ ਦਾ ਯਤਨ ਕਰੇ, ਉਹਦੇ ਉੱਪਰ ਘਿਓ ਤੇਲ ਪਾਈ ਜਾਵੇ ਤੇ ਬੰਦਾ ਮਨ ਦੇ ਵਿੱਚ ਇਹ ਇੱਛਾ ਰੱਖੇ ਕਿ ਮੈਂ ਅੱਗ ਨੂੰ ਬੁਝਾਉਣ ਦਾ ਯਤਨ ਕਰਦਾ। ਗੁਰਮੁਖੋ ਨਹੀਂ, ਜਿੰਨਾ ਚਿਰ ਆਪਾਂ ਤ੍ਰਿਸ਼ਨਾ ਬਲਦੀ ਅੱਗ ਦੇ ਉੱਪਰ ਨਾਮ ਰੂਪੀ ਪਾਣੀ ਨਾ ਪਾਵਾਂਗੇ ਗੁਰਮੁਖੋ ਤ੍ਰਿਸ਼ਨਾ ਦੀ ਅੱਗ ਕਦੇ ਬੁਝਦੀ ਨਹੀਂ। ਤੇ ਤ੍ਰਿਸ਼ਨਾ ਦੇ ਪਰਥਾਈ ਪਾਵਨ ਗੁਰਬਾਣੀ ਦੇ ਬਚਨ ਹਨ। ਸੈਸ ਖੱਟੇ ਲੱਖ ਕਾਉ ਉਠ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੇ। ਮਾਇਆ ਦੇ ਪਿੱਛੇ ਤ੍ਰਿਸ਼ਨਾ ਵਿੱਚ ਇਹ ਬੱਧਾ ਹੋਇਆ ਜੀਵ ਅੱਗੇ ਅੱਗੇ ਤੁਰ ਜਾਂਦਾ। ਫਿਰ ਤ੍ਰਿਸ਼ਨਾ ਦੇ ਵਿੱਚ ਬੱਧਾ ਹੋਇਆ ਜੀਵ ਆਪਣੇ ਦੇਸ਼ ਨੂੰ ਛੱਡਦਾ ਤੇ ਪਰਦੇਸ ਵਿੱਚ ਜਾਂਦਾ। ਤੇ ਜਿਹੜਾ ਆਪਣੇ ਦੇਸ਼ ਨੂੰ ਛੱਡ ਕਰਕੇ ਗੁਰਮੁਖੋ ਪਰਦੇਸ ਵਿੱਚ ਜਾਂਦਾ, ਉਹਨਾਂ ਲੋਕਾਂ ਦੇ ਪਰਥਾਏ ਪਾਵਨ ਗੁਰਬਾਣੀ ਦੇ ਬਚਨ ਹਨ। ਦੇਸ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਜਿਨ੍ਹਾਂ ਪੰਜਾਂ ਚੰਡਾਲਾਂ ਨੂੰ ਛੱਡਣਾ ਸੀ ਪਰ ਦੇਸ਼ ਤਾਂ ਛੱਡ ਦਿੱਤਾ, ਪਰ ਜਿਨ੍ਹਾਂ ਨੂੰ ਛੱਡਣਾ ਸੀ ਉਹਨਾਂ ਨੂੰ ਗੁਰਮੁਖੋ ਛੱਡਣ ਦਾ ਕਦੇ ਵਾਸਤੇ ਯਤਨ ਹੀ ਨਹੀਂ ਕੀਤਾ। ਉਹ ਪੰਜ ਚੰਡਾਲ ਕਿਹੜੇ ਆ? ਕਾਮ, ਕ੍ਰੋਧ, ਮੋਹ, ਲੋਭ ਤੇ ਹੰਕਾਰ। ਜਿਨ੍ਹਾਂ ਨੂੰ ਛੱਡਣਾ ਸੀ ਉਹਨਾਂ ਦਾ ਛੱਡਣ ਦਾ ਯਤਨ ਨਹੀਂ ਕੀਤਾ, ਪਰ ਦੇਸ਼ ਛੱਡ ਦਿੱਤਾ, ਪਰਦੇਸ ਵਿੱਚ ਆ ਗਿਆ। ਪਰ ਉਹ ਜਿਹੜੇ ਪੰਜ ਚੰਡਾਲ ਸਨ ਨਾਲ ਹੀ ਲੈ ਕੇ ਆਇਆ। ਇਹ ਸਿੱਧ ਲੋਕੋ, ਇਹ ਜਿਹੜਾ ਧਰਮ ਰੂਪੀ ਧੌਲਾ ਬਲਦ ਆ ਨਾ, ਇਹ ਸੰਤੋਖ ਦਾ ਚਾਰਾ ਖਾਂਦਾ। ਇਹਨੂੰ ਕਦੇ ਭੁੱਖ ਨਹੀਂ ਲੱਗਦੀ। ਥਾਪ ਥਾਪ ਕਰਕੇ ਫਿਰ ਆਪਣੇ ਸੂਤ ਮਰਜ਼ਾਦਾ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਬੰਨਿਆ ਹੋਇਆ ਹੈ। ਜੇ ਕੋ ਬੁੱਝੈ ਹੋਵੈ ਸਚਿਆਰ। ਫਿਰ ਜੇਕਰ ਇਹਨੂੰ ਬੁੱਝਣਾ ਕਰਦਾ, ਗਿਆਤ ਨੂੰ ਹਾਸਲ ਕਰਦਾ, ਉਹਨੂੰ ਦੁਨੀਆ ਦੇ ਵਿੱਚ ਸਚਿਆਰ, ਸੱਚਾ, ਸੁੱਚਾ ਮਹਾਂਪੁਰਖ ਕਿਹਾ ਜਾਂਦਾ ਹੈ। ਧਵਲੇ ਉੱਪਰ ਕੇਤਾ ਭਾਰ। ਫਿਰ ਜਿਹੜਾ ਤੁਸੀਂ ਧੌਲਾ ਬਲਦ ਦੱਸਦੇ ਉਹਦੇ ਉੱਪਰ ਕਿੰਨਾ ਭਾਰ ਹੈ, ਇਹਦੀ ਕੋਈ ਗਿਣਤੀ ਮਿਣਤੀ ਕਰ ਸਕਦਾ ਹੈ? ਧਰਤੀ ਹੋਰ ਪਰੈ ਹੋਰ ਹੋਰ। ਜਿਸ ਤਰ੍ਹਾਂ ਕਿ ਤੁਸੀਂ ਆਪਣੇ ਨੇਤਰਾਂ ਦੇ ਨਾਲ ਇੱਕ ਧਰਤੀ ਦੇਖੀ ਆ, ਇਹਦੇ ਥੱਲੇ ਹੋਰ ਵੀ ਧਰਤੀ ਆ। ਧਰਤੀ ਦਾ ਕੋਈ ਅੰਤ ਨਹੀਂ ਪਾ ਸਕਦਾ, ਇਹ ਪਰੇ ਤੋਂ ਪਰੇ ਹੈ। ਤਿਸ ਤੇ ਭਾਰ ਤਲੈ ਕਵਣ ਜੋਰ। ਫਿਰ ਉਹਦੇ ਥੱਲੇ ਕੌਣ ਆ? ਉਹ ਧਰਤੀ ਕਿਹਦੇ ਜ਼ੋਰ ਦੇ ਨਾਲ ਖਲੋਤੀ ਹੋਈ ਹੈ? ਜੀ ਜਾਤ ਰੰਗਾ ਕੇ ਨਾਵ। ਸੱਚੇ ਪਾਤਸ਼ਾਹ ਨੇ ਜਦੋਂ ਇਹ ਵਿਚਾਰ ਪਾਵਨ ਗੁਰਬਾਣੀ ਦੁਆਰਾ ਸਿੱਧ ਲੋਕਾਂ ਨੂੰ ਸਮਝਾਈ, ਸੁਣਾਉਣਾ ਕੀਤੀ ਆ, ਫਿਰ ਨਿਤ ਨਿਰਉੱਤਰ ਹੋ ਗਏ। ਹਰ ਇੱਕ ਸ਼ੰਕੇ ਦਾ ਸਵਾਲ ਗੁਰਮੁਖੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਿੰਦੇ ਸਨ।
ਪਰ ਹਰ ਇੱਕ ਇਨਸਾਨ ਦੀ ਸੋਚ ਹੁੰਦੀ ਆ ਕਿ ਮੈਂ ਦੁਨੀਆ ਦੇ ਉੱਪਰ ਵੱਡਾ ਕਹਾਵਾਂ, ਦੁਨੀਆ ਦੇ ਉੱਪਰ ਜਿੱਤ ਪ੍ਰਾਪਤ ਕਰਾਂ, ਕਿਉਂਕਿ ਸਿੱਧ ਲੋਕਾਂ ਦੀ ਮਾਨਤਾ ਬੜੀ ਸੀ। ਦੁਨੀਆ ਦੇ ਲੋਕ ਉਹਨਾਂ ਦੀ ਪੂਜਾ ਕਰਦੇ ਸਨ, ਉਹਨਾਂ ਦਾ ਸਨਮਾਨ ਅਤੇ ਸਤਿਕਾਰ ਕਰਦੇ ਸਨ। ਜਦੋਂ ਇਹ ਸਵਾਲ ਸੁਣ ਕਰਕੇ ਸਿੱਧ ਲੋਕ ਨਿਰਉੱਤਰ ਹੋ ਗਏ ਅਤੇ ਸੱਚੇ ਪਾਤਸ਼ਾਹ ਦੇ ਉੱਪਰ ਇੱਕ ਹੋਰ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ, ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਜੰਤੂ ਪੈਦਾ ਕੀਤੇ ਆ, ਜਿਹੜੀ ਬਨਸਪਤੀ ਪੈਦਾ ਕੀਤੀ ਆ, ਛੋਟੇ ਵੱਡੇ ਜੀਵ ਜੰਤੂ ਪੈਦਾ ਕੀਤੇ ਆ, ਇਹਨਾਂ ਦਾ ਲੇਖਾ ਜੋਖਾ ਕੀ ਇਹਨਾਂ ਦੀ ਪਰਾ ਲੱਭਦਿਆ, ਇਹਨਾਂ ਦੀ ਸੱਚੇ ਪਾਤਸ਼ਾਹ ਕੋ ਗਿਣਤੀ ਕਰ ਸਕਦਾ ਹੋਣਾ। ਸਿੱਧਾਂ ਦੇ ਇਹ ਸਵਾਲ ਨੂੰ ਸੁਣ ਕਰਕੇ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਦੁਆਰਾ ਜਵਾਬ ਦਿੰਦੇ ਆ, ਜੀ ਜਾਤ ਰੰਗਾਂ ਕੇ ਨਾਮ। ਜਿਹੜੀਆਂ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਸਿੱਧ ਲੋਕੋ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ, ਉਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਜੀ ਜਾਤ, ਉਹਨਾਂ ਦੀਆਂ ਜਾਤਾਂ ਕਿੰਨੀਆਂ? ਗੁਰਮੁਖੋ, ਜਿਹੜਾ ਸੱਪ ਆ, ਸੱਪ ਦੀ ਕੋਤਰ 101 ਜਾਤੀ ਹੁੰਦੀ ਆ। ਆਪਾਂ ਗਿਣਤੀ ਕਰ ਸਕਦੇ ਹਾਂ ਕਿ ਪਸ਼ੂਆਂ ਦੀਆਂ ਕਿੰਨੀਆਂ ਗਿਣਤੀਆਂ ਨੇ, ਫਿਰ ਪੰਛੀਆਂ ਦੀਆਂ ਕਿੰਨੀਆਂ ਗਿਣਤੀਆਂ, ਜਿਵੇਂ 4 ਖਾਣੀਆਂ ਨੇ। ਅੰਡਜ, ਆਂਡਿਆਂ ਤੋਂ ਪੈਦਾ ਹੋਣ ਵਾਲੇ ਜਿਹੜੇ ਪੰਛੀ ਆ। ਜੇਰਜ, ਜਿਹੜੇ ਜੇਰ ਤੋਂ ਪੈਦਾ ਹੋਣ ਵਾਲੇ ਜਿਵੇਂ ਪਸ਼ੂ ਆ, ਮਨੁੱਖ ਆ, ਇਹਨਾਂ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ। ਸੇਤਜ, ਜਿਵੇਂ ਪਸੀਨੇ ਤੋਂ ਪੈਦਾ ਹੋਣ ਵਾਲੇ ਕਿਰਮ, ਚਮਜੂਆਂ ਜਾਂ ਚਿੱਚੜ ਆਦਿਕ। ਹੋਰ ਜਿਹੜੇ ਗੰਦਗੀ ਤੋਂ ਕਿਰਮ ਪੈਦਾ ਹੁੰਦੇ ਆ, ਉਹਨਾਂ ਦੀ ਕੋਈ ਸਿੱਧ ਲੋਕੋ ਗਿਣਤੀ ਨਹੀਂ ਕਰ ਸਕਦਾ। ਜੀ ਜਾਤ, ਇਹ ਜਿਹੜੇ ਛੋਟੇ ਵੱਡੇ ਜੀਵ ਜੰਤੂ ਆ, ਇਹਨਾਂ ਦੀਆਂ ਕਿੰਨੀਆਂ ਜਾਤੀਆਂ ਨੇ, ਕੋਈ ਗਿਣਤੀ ਕਰਕੇ ਨਹੀਂ ਦੱਸ ਸਕਦਾ। ਰੰਗਾਂ ਕੇ ਨਾਮ, ਇਹਨਾਂ ਦੇ ਰੰਗ ਕਿੰਨੇ ਆ, ਕੋਈ ਵੇਖੋ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ ਪਸ਼ੂ ਆ, ਕੋਈ ਕਿਸੇ ਰੰਗ ਦਾ ਪੰਛੀ ਆ। ਫਿਰ ਇਹਨਾਂ ਦੇ ਨਾਮ ਸਿੱਧ ਲੋਕੋ ਨਾ ਤਾਂ ਗਿਣਤੀ ਕਰ ਕਰਕੇ ਇਹਨਾਂ ਦੀ ਕੋਈ ਜਾਤੀ ਦੱਸ ਸਕਦਾ, ਨਾ ਜੀਵਾਂ ਦੀ ਕੋਈ ਗਿਣਤੀ ਕਰ ਸਕਦਾ, ਅਤੇ ਨਾ ਇਹਨਾਂ ਦੇ ਰੰਗਾਂ ਬਾਰੇ ਕਥਨ ਕਰ ਸਕਦਾ। ਕੋਈ ਵੀ ਪਰਮੇਸ਼ਰ ਦੀ ਬਣਾਈ ਹੋਈ ਪ੍ਰਕਿਰਤੀ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਹੈ। ਸਭਨਾ ਲਿਖਿਆ ਵੁੜੀ ਕਲਾਮ। ਫਿਰ ਸੱਚੇ ਪਾਤਸ਼ਾਹ ਇਹ ਜਿਹੜਾ ਲੇਖਾ ਜੋਖਾ ਅਕਾਲ ਪੁਰਖ ਵਾਹਿਗੁਰੂ ਨੇ ਲਿਖਿਆ, ਇਹਦੀ ਤੇ ਕੋਈ ਗਿਣਤੀ ਕਰ ਸਕਦਾ। ਅਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ ਆ, ਸਭਨਾ ਲਿਖਿਆ। ਸਭਨਾ ਜੀਆਂ ਦੇ ਉੱਪਰ ਜਿਹੜਾ ਲੇਖਾ ਲਿਖਿਆ ਹੋਇਆ, ਵੁੜੀ ਕਲਾਮ। ਵੁੜੀ ਨਾਮ ਚੱਲਣ ਦਾ ਅਤੇ ਕਲਾਮ ਨਾਮ ਹੈ ਕਲਮ ਦਾ। ਜਿਹੜੀ ਲੇਖੇ ਰੂਪੀ ਕਲਮ ਜੀਵਾਂ ਦੇ ਮੱਥੇ ਉੱਪਰ ਲਿਖੀ ਆ, ਗੁਰਮੁਖੋ ਉਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਲਾ ਸਕਦਾ। ਵੇਖੋ, ਜੀਵ ਮਾਤਾ ਦੇ ਉਦਰ ਤੋਂ ਧਰਤੀ 'ਤੇ ਜਨਮ ਲੈਂਦਾ, ਪਰ ਪਰਮੇਸ਼ਰ ਨੇ ਉਹਨੂੰ ਸਵਾਸ ਦਿੱਤੇ, ਸਮਾਂ ਦਿੱਤਾ, ਸਰੀਰ ਦਿੱਤਾ, ਪਰ ਆਪਣੀ ਮੌਤ ਬਾਰੇ ਗੁਰਮੁਖੋ ਕਿਸੇ ਜੀਵ ਨੂੰ ਪਤਾ ਨਹੀਂ ਹੁੰਦਾ ਕਿ ਮੇਰੀ ਮੌਤ ਕਿੱਥੇ ਹੋਣੀ ਆ। ਪਰ ਮੌਤ ਦੇ ਪ੍ਰਥਾਏ ਪਾਵਨ ਗੁਰਬਾਣੀ ਦੇ ਬਚਨ ਹਨ, ਮਰਨ ਲਿਖਾਏ ਮੰਡਲ ਮਹਿ ਆਏ। ਮੌਤ ਦਾ ਪੱਕਾ ਲੇਖ ਲਿਖਾ ਕਰਕੇ ਜੀਵ ਇਸ ਧਰਤੀ 'ਤੇ ਆਉਂਦਾ। ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਦੁਆਰਾ ਕਥਨ ਕਰਦੇ ਆ, ਰਾਣਾ ਰਾਉ ਨਾ ਕੂਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੂ ਆਪਣੀ ਕੋਈ ਨਾ ਬੰਧੈ ਧੀਰ। ਭਾਵੇਂ ਕੋਈ ਅਮੀਰ ਆ, ਭਾਵੇਂ ਕੋਈ ਗਰੀਬ ਆ, ਭਾਵੇਂ ਗੁਰਮੁਖੋ ਰਾਜਾ, ਭਾਵੇਂ ਕੋਈ ਪਰਜਾ, ਸਾਰਿਆਂ ਨੇ ਇੱਕ ਨਾ ਇੱਕ ਦਿਨ ਇਸ ਦੁਨੀਆ ਨੂੰ ਛੱਡ ਕਰਕੇ ਜਾਣਾ। ਪਿਛਲੇ ਯੁੱਗਾਂ ਦੀ ਉਦਾਹਰਣ ਦੇ ਕਰਕੇ, ਪਿਛਲੇ ਯੁੱਗਾਂ ਦੇ ਜਿਹੜੇ ਮਹਾਂਬਲੀ ਸੂਰਬੀਰ ਜਾਂ ਅਵਤਾਰੀ ਪੁਰਖ ਹੋਏ ਆ, ਉਹਨਾਂ ਦੀ ਉਦਾਹਰਣ ਦੇ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਆ, ਰਾਮ ਗਇਓ ਰਾਵਣ ਗਇਓ, ਜਾ ਕਉ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਗੁਰਮੁਖੋ ਜਿਵੇਂ ਬੰਦਾ ਪ੍ਰਸ਼ਾਦਾ ਪਾਣੀ ਛਕਦਾ, ਆਪਣੇ ਆਸਣ 'ਤੇ ਬਿਰਾਜਦਾ, ਉਹਨੂੰ ਇੱਕ ਸੁਪਨਾ ਆਉਂਦਾ। ਇਸੇ ਤਰ੍ਹਾਂ ਜਿਹੜਾ ਸੰਸਾਰ ਹੈ, ਇਹ ਸਮਾਂ ਸਵਾਸ ਅਤੇ ਸਾਰੀ ਜ਼ਿੰਦਗੀ ਆ, ਇਹ ਗੁਰਮੁਖੋ ਇਹ ਵੀ ਇੱਕ ਸੁਪਨੇ ਦੀ ਨਿਆਈ ਆ। ਜਿਵੇਂ ਸੁਪਨੇ ਦੇ ਸੁੱਖ ਸਹੂਲਤਾਂ ਪਦਾਰਥ ਵੇਖਦਾ ਨਾ,
ਤੇ ਜਦੋਂ ਜਾਗ ਆਉਂਦੀ ਆ ਆਪਣੇ ਚਾਰ ਚਫੇਰੇ ਤੱਕਦਾ ਤੇ ਉਹਨੂੰ ਆਪਣਾ ਪਰਿਵਾਰ, ਆਪਣਾ ਮੰਜਾ, ਆਪਣਾ ਬਿਸਤਰਾ, ਆਪਣਾ ਘਰ, ਆਪਣੇ ਨਿੱਜੀ ਰਿਸ਼ਤੇਦਾਰ, ਸਾਕ ਸੰਬੰਧੀ ਗੁਰਮੁਖੋ ਸਾਰੇ ਨਜ਼ਰ ਆਉਂਦੇ ਆ। ਸੁਪਨੇ ਦੀਆਂ ਵਸਤੂਆਂ ਸੁਪਨੇ ਵਿੱਚ ਦੇਖੀਆਂ, ਸੁਪਨਾ ਖੁੱਲ੍ਹਣ ਤੋਂ ਬਾਅਦ ਉਹ ਨਾਸ਼ ਹੋ ਗਈਆਂ। ਇਸੇ ਤਰ੍ਹਾਂ ਜਿਹੜਾ ਸੰਸਾਰ, ਸਮਾਂ, ਸਰੀਰ, ਸੁੱਖ ਸਹੂਲਤਾਂ ਗੁਰਮੁਖੋ ਇਹ ਵੀ ਸਾਰੀਆਂ ਨਾਸ਼ਵੰਤ ਆ। ਜੀਵ ਦੇ ਨਾਲ ਕੁਝ ਨਹੀਂ ਆਉਂਦਾ। ਸਿੱਧਾਂ ਨੂੰ ਸੰਬੋਧਨ ਕਰਕੇ ਸੱਚੇ ਪਾਤਸ਼ਾਹ ਕਥਨ ਕਰਦੇ, ਸਭਨਾ ਲਿਖਿਆ ਵੁੜੀ ਕਲਾਮ। ਇਹ ਜਿਹੜੀ ਵਗੀ ਹੋਈ ਕਲਾਮ ਕਲਮ ਹੈ ਨਾ, ਲੇਖਾ ਲਿਖ ਸਭਨਾਂ ਦੇ ਮੱਥੇ ਦੇ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਲੇਖਾ ਲਿਖਿਆ ਹੋਇਆ ਹੈ। ਇਹੋ ਲੇਖਾ ਲਿਖ ਜਾਣੈ ਕੋਏ। ਇਹ ਫਿਰ ਜਿਹੜਾ ਲੇਖਾ ਲਿਖਿਆ ਨਾ ਉਹ ਅਕਾਲ ਪੁਰਖ ਹੀ ਜਾਣਦਾ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ ਜਾਣਦਾ ਹੈ। ਲੇਖਾ ਲਿਖਿਆ ਕੀਤਾ ਹੋਏ। ਫਿਰ ਕਿੰਨੇ ਕੁ ਲੇਖ ਲਿਖੇ ਆ ਜੀਵ ਦੇ ਸਮੇਂ ਦੇ ਅੰਦਰ, ਕਿੰਨੇ ਦੁੱਖ ਲਿਖੇ ਆ, ਇਹਦੀ ਵੀ ਗੁਰਮੁਖੋ ਕੋਈ ਗਿਣਤੀ ਨਹੀਂ ਕਰ ਸਕਦਾ। ਕਿੰਨੇ ਸੁੱਖ ਲਿਖੇ ਆ, ਉਹਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ, ਉਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਜੇਕਰ ਜੀਵ ਨੂੰ ਇੰਨੀ ਸੋਝੀ ਹੋਵੇ ਕਿ ਮੇਰੇ ਕਰਮਾਂ ਵਿੱਚ ਪਰਮੇਸ਼ਰ ਨੇ ਮੇਰੇ ਕਰਮਾਂ ਦੇ ਅਨੁਸਾਰ ਦੁੱਖ ਲਿਖਿਆ, ਤੇ ਗੁਰਮੁਖੋ ਦੁੱਖ ਕੋਈ ਵੀ ਨਾ ਭੋਗੇ। ਜੇਕਰ ਜੀਵ ਨੂੰ ਇਹ ਪਤਾ ਹੋਵੇ ਕਿ ਮੇਰੇ ਕਰਮਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਇੰਨੇ ਸੁੱਖ ਲਿਖੇ ਆ, ਤੇ ਗੁਰਮੁਖੋ ਸੁੱਖਾਂ ਨੂੰ ਕਦੇ ਵਾਸਤੇ ਛੱਡਣ ਦਾ ਯਤਨ ਨਾ ਕਰੇ। ਉਹ ਆਪਣੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਭੋਗਣ ਦਾ ਯਤਨ ਕਰਦਾ। ਪਰ ਜਿਹੜੇ ਲੇਖ ਲਿਖੇ ਆ, ਕਿੰਨੇ ਦੁੱਖ ਆਉਣੇ ਆ, ਕਿੰਨੇ ਸੁੱਖ ਆਉਣੇ ਆ, ਕਿੰਨੀਆਂ ਮੁਸ਼ਕਿਲਾਂ ਆਉਣੀਆਂ, ਕਿੰਨੀਆਂ ਮੁਸੀਬਤਾਂ ਆਉਣੀਆਂ, ਇਹਦੇ ਬਾਰੇ ਗੁਰਮੁਖੋ ਅਕਾਲ ਪੁਰਖ ਵਾਹਿਗੁਰੂ ਜਾਣਦਾ। ਜਦੋਂ ਜ਼ਿੰਦਗੀ ਵਿੱਚ ਜੀਵ ਦੇ ਸੁੱਖ ਹੁੰਦੇ ਆ, ਉਦੋਂ ਪਰਮੇਸ਼ਰ ਦਾ ਧੰਨਵਾਦ ਕਰਦਾ। ਤੇ ਜਦੋਂ ਕਿਤੇ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਕੋਈ ਮੁਸ਼ਕਿਲ ਮੁਸੀਬਤ ਆ ਜਾਂਦੀ ਆ, ਉਦੋਂ ਫਿਰ ਰੱਬ ਨੂੰ ਤਾਨਾ ਦਿੰਦਾ, ਲਾਮਾ ਦਿੰਦਾ। ਪਰ ਇਸ ਜੀਵ ਨੂੰ ਸੰਬੋਧਨ ਕਰਕੇ ਸੱਚੇ ਪਾਤਸ਼ਾਹ ਜੀ ਪਾਵਨ ਗੁਰਬਾਣੀ ਅੰਦਰ ਕਥਨ ਕਰਦੇ ਆ, ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਇਹ ਗੁਰਮੁਖਾ ਤੇਰੇ ਕਰਮਾਂ ਦਾ ਕਸੂਰ ਆ। ਜਿਵੇਂ ਇੱਕ ਜ਼ਿਮੀਂਦਾਰ ਹੁੰਦਾ, ਆਪਣੀ ਪੈਲੀ ਜ਼ਮੀਨ ਜਾਇਦਾਦ ਦੇ ਵਿੱਚ ਜਿਹੋ ਜਿਹੀ ਖੇਤੀ ਬੀਜਦਾ ਗੁਰਮੁਖੋ ਉਹੋ ਜਿਹੀ ਉਹਨੂੰ ਫਸਲ ਵੱਢਣੀ ਪੈਂਦੀ ਆ। ਇਸੇ ਤਰ੍ਹਾਂ ਇਹ ਸਰੀਰ ਵੀ ਸਾਡਾ ਇੱਕ ਖੇਤੀ ਆ। ਜਿਹੋ ਜਿਹੇ ਚੰਗੇ ਮਾੜੇ ਕਰਮਾਂ ਦਾ ਆਪਾਂ ਬੀਜ ਬੀਜਾਂਗੇ, ਉਹੋ ਜਿਹਾ ਸਾਨੂੰ ਗੁਰਮੁਖੋ ਵੱਢਣਾ ਪੈਣਾ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਲੇਖਾ ਲਿਖਿਆ ਕੀਤਾ ਹੋਏ, ਕਿਹੋ ਜਿਹਾ ਕਿੰਨਾ ਕੁ ਸੁੱਖ ਲਿਖਿਆ, ਕਿੰਨਾ ਕੁ ਦੁੱਖ ਲਿਖਿਆ, ਕਿੰਨੀਆਂ ਮੁਸ਼ਕਿਲਾਂ, ਕਿੰਨੀਆਂ ਮੁਸੀਬਤਾਂ, ਇਹ ਗੁਰਮੁਖੋ ਪਰਮੇਸ਼ਰ ਹੀ ਜਾਣਦਾ ਹੈ। ਕੀਤਾ ਤਾਣ ਸਵਾਲਿਓ ਰੂਪ। ਸੱਚੇ ਪਾਤਸ਼ਾਹ ਪਰਮੇਸ਼ਰ ਦੇ ਤਾਣ ਕਹਿੰਦੇ ਬਲ ਨੂੰ, ਤੇ ਉਹਦਾ ਕਿਹੋ ਜਿਹਾ ਸਰੂਪ ਆ। ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਕਥਨ ਕਰਦੇ ਕਿ ਕੀਤਾ ਤਾਣ, ਪਰਮੇਸ਼ਰ ਦੇ ਸਰੂਪ ਦੇ ਵਿੱਚ ਕਿੰਨਾ ਕੁ ਤਾਣ ਆ, ਕਿੰਨਾ ਕੁ ਬਲ ਆ। ਸਵਾਲਿਓ ਕਹਿੰਦੇ ਸੋਹਣੇ ਨੂੰ, ਰੂਪ ਪਰਮੇਸ਼ਰ ਦਾ ਸਰੂਪ ਕਿੱਡਾ ਸੋਹਣਾ, ਇਹਦੇ ਬਾਰੇ ਕੋਈ ਜਾਣ ਨਹੀਂ ਸਕਦਾ। ਗੁਰਮੁਖੋ ਜੇਕਰ ਪਰਮੇਸ਼ਰ ਦੇ ਬਲ ਨੂੰ ਕੋਈ ਜਾਣ ਲੈਂਦਾ, ਜਿਹੜੇ ਐਡੇ ਵੱਡੇ ਚੱਕਰਵਰਤੀ ਬਾਦਸ਼ਾਹ ਆ, ਬੜੇ ਸੂਰਬੀਰ ਯੋਧੇ ਹੋਏ ਆ, ਸਾਰੇ ਪਰਮੇਸ਼ਰ ਦੇ ਅੱਗੇ ਗੁਰਮੁਖੋ ਹਾਰ ਕਰਕੇ ਗਏ ਆ। ਪਰਮੇਸ਼ਰ ਨੂੰ ਕੋਈ ਨਹੀਂ ਜਿੱਤ ਸਕਿਆ। ਜਿੱਤਣ ਦਾ ਯਤਨ ਜ਼ਰੂਰ ਕੀਤਾ, ਪਰ ਪਰਮੇਸ਼ਰ ਅਜਿੱਤਿਆ। ਗੁਰਮੁਖੋ ਇਹਨੂੰ ਕੋਈ ਜਿੱਤ ਨਹੀਂ ਸਕਦਾ। ਉਹਦੇ ਤਾਣ ਬਾਰੇ ਤੇ ਉਹਦਾ ਕਿੰਨਾ ਕੁ ਸੁੰਦਰ ਸੋਹਣਾ ਸਰੂਪ ਹੈ, ਇਹਦੇ ਬਾਰੇ ਕੋਈ ਕਥਨ ਨਹੀਂ ਕਰ ਸਕਦਾ ਹੈ। ਕੀਤੀ ਦਾਤ ਜਾਣੈ ਕੌਣ ਕੂਤ। ਫਿਰ ਕੀਤੀ ਦਾਤ ਕਿੰਨੀਆਂ ਕੁ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਜੀਵਾਂ ਨੂੰ ਦਾਤਾਂ, ਤੇ ਜਾਣੈ ਕੌਣ ਕੂਤ। ਤੇ ਕੂਤ ਨਾਮ ਹੈ ਹਿਸਾਬ ਕਰਨ ਦਾ। ਕੋਈ ਵੀ ਹਿਸਾਬ ਕਰਕੇ ਵੱਡੇ ਤੋਂ ਵੱਡਾ ਹਿਸਾਬੀ ਜਿਹੜਾ ਪਰਮੇਸ਼ਰ ਦੀ ਦਾਤ ਬਾਰੇ ਕੋਈ ਵੀ ਗਿਣਤੀ ਨਹੀਂ ਕਰਕੇ ਦੱਸ ਸਕਦਾ ਹੈ। ਕੀਤਾ ਪਸਾਓ ਏਕੋ ਕਵਾਓ। ਤੇ ਸੱਚੇ ਪਾਤਸ਼ਾਹ ਇਹ ਤੇ
ਜਦੋਂ ਸੱਚੇ ਪਾਤਸ਼ਾਹ ਜੀ ਨੇ ਸਿੱਧ ਲੋਕਾਂ ਦੇ ਕੀਤੇ ਹੋਏ ਸਵਾਲ ਦਾ ਜਵਾਬ ਦਿੱਤਾ ਤੇ ਫਿਰ ਗੁਰਮੁਖੋ ਨਿਰਉੱਤਰ ਹੋ ਗਏ। ਅੱਗੇ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਦੱਸਣਾ ਕਰੋ ਕਿ ਪਰਮੇਸ਼ਰ ਨੇ ਸ੍ਰਿਸ਼ਟੀ ਜਿਹੜੀ ਪੈਦਾ ਕੀਤੀ ਕਿਵੇਂ ਬਣਾਉਣਾ ਕੀਤੀ ਆ। ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਸੱਚੇ ਪਾਤਸ਼ਾਹ ਬਚਨ ਕਰਦੇ ਕਿ ਕੀਤਾ ਕਵਾਓ, ਏਕੋ ਕਵਾਓ, ਕੀਤਾ ਪਸਾਓ, ਏਕੋ ਕਵਾਓ। ਪਸਾਓ ਨਾਮ ਕਹਿੰਦੇ ਪਸਾਰੇ ਦਾ, ਏਕੋ ਕਵਾਓ। ਇੱਕ ਬਚਨ ਕਹਿ ਕਰਕੇ ਇੱਕੇ ਬਚਨ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਤਿਸ ਤੇ ਹੋਏ ਲੱਖ ਦਰਿਆਓ। ਅਕਾਲ ਪੁਰਖ ਵਾਹਿਗੁਰੂ ਦੇ ਇੱਕੇ ਬਚਨ ਦੇ ਨਾਲ ਲੱਖਾਂ ਦਰਿਆ ਪੈਦਾ ਹੋ ਗਏ, ਲੱਖਾਂ ਜੀਵ ਜੰਤੂ ਪੈਦਾ ਹੋਏ। 4 ਖਾਣੀਆਂ, ਇੱਕ ਖਾਣੀ ਦੀ ਗੁਰਮੁਖੋ ਆਪਾਂ ਗਿਣਤੀ ਨਹੀਂ ਕਰ ਸਕਦੇ। ਉਸ ਅਕਾਲ ਪੁਰਖ ਵਾਹਿਗੁਰੂ ਦੇ ਇੱਕੇ ਬਚਨ ਦੇ ਨਾਲ ਲੱਖਾਂ ਜੀਵ, ਲੱਖਾਂ ਦਰਿਆ, ਲੱਖਾਂ ਦੀ ਗਿਣਤੀ ਵਿੱਚ ਬਨਸਪਤੀ ਅਕਾਲ ਪੁਰਖ ਵਾਹਿਗੁਰੂ ਦੇ ਇੱਕ ਬਚਨ ਦੇ ਨਾਲ ਹੀ ਪੈਦਾ ਪ੍ਰਗਟ ਹੋਈ ਹੈ। ਕੁਦਰਤ ਕਵਨ ਕਹਾ ਵਿਚਾਰ। ਕੁਦਰਤ ਨਾਮ ਹੈ ਪਰਮੇਸ਼ਰ ਦੀ ਸ਼ਕਤੀ ਦਾ। ਕਵਣ ਕੌਣ ਹੈ, ਕਹਾ ਵਿਚਾਰ। ਜਿਹੜੀ ਪਰਮੇਸ਼ਰ ਦੀ ਸ਼ਕਤੀ ਆ, ਕਿਹੜਾ ਏਡਾ ਸਮਰੱਥ ਜੀਵ ਆ ਜਿਹੜਾ ਪਰਮੇਸ਼ਰ ਦੀ ਸ਼ਕਤੀ ਬਾਰੇ ਗੁਰਮੁਖੋ ਕੋ ਕਥਨ ਕਰ ਸਕੇ। ਵੇਖੋ ਬੰਦੇ ਦੀ ਜ਼ਿੰਦਗੀ ਹੁੰਦੀ ਆ, ਆਪਣੀ ਜ਼ਿੰਦਗੀ ਵਿੱਚ ਕਿੰਨੇ ਸਾਹ ਲੈਂਦਾ ਇਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਿੰਨੇ ਦੁੱਖ ਵੇਖੇ ਆ, ਕਿੱਥੇ ਕਿੱਥੇ ਗਿਆ। ਬਚਪਨ ਤੋਂ ਲੈ ਕਰਕੇ ਅਖੀਰਲੇ ਸਵਾਸਾਂ ਤੱਕ ਬੰਦਾ ਆਪਣੀ ਜ਼ਿੰਦਗੀ ਤੇ ਸਵਾਸਾਂ ਦਾ ਕਦੇ ਵਾਸਤੇ ਅੰਤ ਨਹੀਂ ਪਾ ਸਕਦਾ, ਗਿਣਤੀ ਨਹੀਂ ਕਰ ਸਕਦਾ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਕਿੰਨੀ ਵਾਰ ਪ੍ਰਸ਼ਾਦਾ ਛਕਿਆ, ਕਿੰਨੀ ਵਾਰ ਕਿੱਥੇ ਕਿੱਥੇ ਗਿਆ, ਕਿੰਨੇ ਸਵਾਸ ਲਏ ਆ, ਮੈਨੂੰ ਕਿੰਨੀਆਂ ਮੁਸ਼ਕਲਾਂ ਆਈਆਂ, ਕਿੰਨੇ ਸੁੱਖ ਮਿਲੇ ਆ, ਮੈਂ ਕਿੰਨਾਂ ਦੇ ਨਾਲ ਸੁੱਖ ਸਹੂਲਤਾਂ, ਜਾਂ ਮੈਂ ਕਿੱਥੇ ਕਿੱਥੇ ਕਿਹੜੇ ਕਿਹੜੇ ਜੀਵਾਂ ਦੇ ਨਾਲ ਗਿਆ। ਗੁਰਮੁਖੋ ਬੰਦਾ ਤੇ ਆਪਣੀ ਜ਼ਿੰਦਗੀ ਦਾ ਹਿਸਾਬ ਨਹੀਂ ਲਾ ਸਕਦਾ ਤੇ ਪਰਮੇਸ਼ਰ ਦੀ ਸ਼ਕਤੀ ਬਾਰੇ ਕੌਣ ਕਥਨ ਕਰਦਾ। ਕੁਦਰਤ ਕਾਵਣ ਕਹਾ ਵਿਚਾਰ। ਜਿਹੜੀ ਪਰਮੇਸ਼ਰ ਦੀ ਸ਼ਕਤੀ ਆ, ਇਹਦੀ ਪਰਮੇਸ਼ਰ ਦੀ ਸ਼ਕਤੀ ਆਪਣੇ ਵਿਚਾਰਾਂ ਦੁਆਰਾ ਦੱਸ ਕਰਕੇ ਕੋਈ ਸਿੱਧ ਲੋਕੋ ਕਥਨ ਨਹੀਂ ਕਰ ਸਕਦਾ ਹੈ। ਵਾਰਿਆ ਨਾ ਜਾਵਾ ਏਕ ਵਾਰ। ਏਕ ਵਾਰ ਨਾ ਮੈਂ ਇੱਕ ਵਾਲ ਦਾ, ਇੱਕ ਕੇਸ ਦਾ, ਇੱਕ ਰੋਮ ਦਾ। ਆਪਾਂ ਪਰਮੇਸ਼ਰ ਦੀ ਗਿਣਤੀ, ਪਰਮੇਸ਼ਰ ਦੇ ਬਾਰੇ ਤੇ ਕੀ ਅੰਤ ਪਾ ਸਕਦੇ ਆ। ਆਪਾਂ ਪਰਮੇਸ਼ਰ ਦੇ ਇੱਕ ਰੋਮ ਬਾਰੇ ਵੀ ਵਾਰਿਆ ਨਾ ਜਾਵਾਂ। ਵਾਰਿਆ ਦਾ ਨਾਮ ਹੈ ਹਿਸਾਬ ਕਿਤਾਬ। ਆਪਾਂ ਪਰਮੇਸ਼ਰ ਦੇ ਇੱਕ ਰੋਮ ਬਾਰੇ ਵੀ ਕਥਨ ਨਹੀਂ ਕਰ ਸਕਦੇ, ਕਿਉਂਕਿ ਪਰਮੇਸ਼ਰ ਦੇ ਇੱਕ ਰੋਮ ਦੇ ਵਿੱਚ ਅਨੇਕਾਂ ਸ੍ਰਿਸ਼ਟੀਆਂ ਪੈਦਾ ਕੀਤੀਆਂ ਹੋਈਆਂ। ਆਪਾਂ ਜੀਵ ਲੋਕ ਤੁਛ ਬੁੱਧੀ ਵਾਲੇ ਹਾਂ, ਆਪਾਂ ਤੇ ਪਰਮੇਸ਼ਰ ਦੇ ਇੱਕ ਰੋਮ ਬਾਰੇ ਵੀ ਕਥਨ ਨਹੀਂ ਕਰ ਸਕਦੇ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ। ਪਰ ਅਖੀਰ ਤੇ ਇਹ ਕਹਿਣਾ ਪਵੇਗਾ ਜੋ ਤੁਧ ਭਾਵੈ। ਇਹ ਅਕਾਲ ਪੁਰਖ ਵਾਹਿਗੁਰੂ ਜੋ ਆਪ ਜੀ ਨੂੰ ਭਾਉਂਦਾ ਹੈ, ਸਾਈ ਉਹ ਭਲੀ ਚੰਗੀ ਤੇ ਕਾਰਨਾਮ ਹੈ ਕੰਮ ਦਾ। ਜਿਸ ਤਰ੍ਹਾਂ ਕਿ ਹੁਣ ਆ ਇੱਕ ਕਰੋਨਾ ਵਾਇਰਸ ਦੀ ਬਿਮਾਰੀ ਚੱਲੀ ਹੈ, ਦੁਨੀਆ ਦੇ ਲੋਕ ਬਹੁਤ ਯਤਨ ਕਰਦੇ, ਬੜੀਆਂ ਚਤਰਾਈਆਂ ਕਰਦੇ, ਬੜੀਆਂ ਸਿਆਣਪਾਂ ਕਰਦੇ ਆ ਕਿ ਇੱਕ ਦੂਜੇ ਤੋਂ ਦੂਰ ਰਹੋ। ਟੂਟੀ ਜਾਂ ਨਲਕਾ ਚੰਗੀ ਤਰ੍ਹਾਂ ਧੋ ਕੇ ਆਪਣੇ ਸਾਬਣ ਦੇ ਨਾਲ ਵਾਰ-ਵਾਰ ਹੱਥ ਲਓ। ਕਿਸੇ ਦੇ ਨਾਲ ਛੂਹਣ ਤੋਂ ਸੰਕੋਚ ਕਰੋ, ਆਉਣ ਜਾਣ ਦਾ ਪਰਹੇਜ਼ ਕਰੋ। ਗੁਰਮੁਖੋ ਆਪਣੀ ਸਰਿਆਈ, ਆਪਣੀ ਚਤਰਾਈ ਦੇ ਨਾਲ ਇਸ ਬਿਮਾਰੀ ਤੋਂ ਲੋਕ ਬਚਣ ਦਾ ਯਤਨ ਕਰਦੇ ਆ। ਪਰ ਗੁਰਮੁਖੋ ਜਿਹੜੀ ਮੌਤ ਆ ਨਾ, ਅਟਲ ਸੱਚਾਈ ਆ। ਦੁਨੀਆ ਦੇ ਲੋਕ ਸਾਇੰਸ ਨਿਤਾ ਪ੍ਰਤੀ ਕੂਕਦੇ ਸਨ ਕਿ ਨਵੀਂ ਤਕਨੀਕ ਆਈ ਆ, ਨਵਾਂ ਜ਼ਮਾਨਾ ਆਇਆ, ਨਵੀਂ ਸੋਚ ਆਈ ਆ। ਪਰ ਗੁਰਮੁਖੋ ਪਰਮੇਸ਼ਰ ਬੇਅੰਤ ਆ, ਉਹਨੇ ਸਾਰੀ ਦੁਨੀਆ ਦੇ ਲੋਕਾਂ ਨੂੰ ਵਿਹਲੇ ਕਰਕੇ ਬਾਤਾ ਘਰੋਂ। ਜਿਹੜੇ ਕਹਿੰਦੇ ਸਨ ਕਿ ਮੇਰੇ ਕੋਲੇ ਕਿਸੇ ਨੂੰ ਮਿਲਣ ਦਾ ਟਾਈਮ ਨਹੀਂ, ਜਿੱਥੇ ਕਿਤੇ ਦਫ਼ਤਰ ਵਿੱਚ ਜਾਣਾ ਹੁੰਦਾ ਤੇ ਪਹਿਲਾਂ ਜਾਣ ਦਾ ਸਮਾਂ ਲੈਣਾ ਪੈਂਦਾ ਸੀ ਕਿ ਸਮਾਂ
ਜੇਕਰ ਮਿਲਿਆ ਨਹੀਂ ਤੇ ਆਪਾਂ ਦਫ਼ਤਰ ਵਿੱਚ ਕੰਮ ਨਹੀਂ ਜਾ ਸਕਦੇ। ਅੰਬੈਸੀ ਵਿੱਚ ਜਾਣਾ ਹੁੰਦਾ ਕਿਸੇ ਨੇ ਤੇ ਪਹਿਲਾਂ ਉਹਨੂੰ ਸਮਾਂ ਲੈਣਾ ਪੈਂਦਾ ਸੀ। ਜੇ ਕਿਸੇ ਨੇ ਪਾਸਪੋਰਟ ਅਪਲਾਈ ਕਰਨਾ ਹੁੰਦਾ ਤੇ ਪਹਿਲਾਂ ਸਮਾਂ ਲੈਣਾ ਪੈਂਦਾ ਸੀ। ਪਰ ਵਿੱਚੋਂ ਪਰਮੇਸ਼ਰ ਦੇ ਕੌਤਕ ਬੇਨਤ ਆ, ਉਹਨੇ ਦੁਨੀਆ ਦੇ ਤਮਾਮ ਦਫ਼ਤਰ ਆ ਜਿਹੜੇ ਸਾਰੇ ਬੰਦ ਕਰਤੇ ਆ। ਜਿਹੜੇ ਕਾਰੋਬਾਰੀ ਲੋਕ ਸਨ ਕਹਿੰਦੇ ਸਨ ਕਿ ਸਾਡਾ ਕਿਸੇ ਨੂੰ ਮਿਲਣ ਦਾ ਟਾਈਮ ਨਹੀਂ, ਪਰਮੇਸ਼ਰ ਬੇਨਤ ਆ ਸਾਰੀ ਦੁਨੀਆ ਦੇ ਲੋਕ ਉਹਨੇ ਵਿਹਲੇ ਕਰਕੇ ਬਾਤੇ ਆ। ਤੇ ਫਿਰ ਆਮ ਤੌਰ 'ਤੇ ਕਿਹਾ ਜਾਂਦਾ ਸੀ ਕਿ ਰੱਬ ਦਾ ਦੂਜਾ ਰੂਪ ਹੈ ਡਾਕਟਰ। ਅਤੇ ਗੁਰਮੁਖੋ ਡਾਕਟਰਾਂ ਦੀ ਜਿਹੜੀ ਸਿਆਣਪ, ਡਾਕਟਰਾਂ ਦੀ ਦਵਾਈ, ਡਾਕਟਰਾਂ ਦਾ ਇਲਾਜ ਵੀ ਗੁਰਮੁਖੋ ਫੇਲ ਹੋ ਗਿਆ। ਅਤੇ ਭਾਈ ਗੁਰਦਾਸ ਜੀ ਦਾ ਬਚਨ ਹੈ, ਜੜੀ ਬੂਟੀ ਜੇ ਜੀਵੇ ਕਿਉ ਮਰੇ ਧਨੰਤਰ। ਜੇਕਰ ਦਵਾਈਆਂ ਦੇ ਨਾਲ ਦੁਨੀਆ ਦੇ ਲੋਕ ਜਿਉਂਦੇ ਰਹਿਣ ਤੇ ਫਿਰ ਡਾਕਟਰ ਤੇ ਗੁਰਮੁਖੋ ਮਰਨ ਹੀ ਨਾ। ਉਹਨਾਂ ਨੂੰ ਪਤਾ ਕਿ ਮੈਨੂੰ ਬੁਖਾਰ ਚੜ੍ਹਿਆ, ਮੈਂ ਬੁਖਾਰ ਦਾ ਇਲਾਜ ਕਰ ਲੈਣਾ। ਜੇ ਕੈਂਸਰ ਦਾ ਰੋਗ ਹੋ ਗਿਆ, ਉਹਨਾਂ ਕੈਂਸਰ ਦਾ ਇਲਾਜ ਕਰ ਲੈਣਾ, ਕਿਉਂਕਿ ਡਾਕਟਰ ਨੂੰ ਬਿਮਾਰੀ ਬਾਰੇ ਸੋਝੀ ਹੁੰਦੀ ਆ। ਜੇਕਰ ਡਾਕਟਰ ਹੀ ਰੱਬ ਹੋਵੇ ਜਿਹੜੇ ਦੂਜਿਆਂ ਦੀ ਬਿਮਾਰੀ ਦਾ ਇਲਾਜ ਕਰਦੇ ਆ, ਫਿਰ ਗੁਰਮੁਖੋ ਡਾਕਟਰ ਤੇ ਕਦੇ ਵਾਸਤੇ ਮਰਨ ਹੀ ਨਾ। ਪਰ ਇਹ ਆਪੋ ਆਪਣੀ ਲੋਕਾਂ ਦੀ ਸੋਚ ਹੁੰਦੀ ਆ ਕਿ ਮੂੰਹ ਢੱਕ ਕੇ ਰੱਖੋ, ਕਿਸੇ ਨੂੰ ਹੱਥ ਨਾ ਮਿਲਾਓ, ਬਾਹਰ ਜਾਣ ਤੋਂ ਪਰਹੇਜ਼ ਕਰੋ, ਟੂਟੀ ਅਤੇ ਨਲਕੇ ਨੂੰ ਸਾਬਣ ਦੇ ਨਾਲ ਚੰਗੀ ਤਰ੍ਹਾਂ ਮਾਂਜ ਕੇ, ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਦੇ ਨਾਲ ਧੋ ਕੇ ਮਾਂਜ ਕੇ ਅਤੇ ਫਿਰ ਪਾਣੀ ਪੀਓ, ਕੋ ਖਾਓ ਪੀਓ। ਅਤੇ ਜਦੋਂ ਬਾਹਰ ਜਾਂਦੇ ਹਾਂ, ਬਾਹਰੋਂ ਆ ਕਰਕੇ ਆਪਣੇ ਘਰ ਦੇ ਵਿੱਚ ਆਪਣੇ ਕੱਪੜਿਆਂ ਨੂੰ ਲਾ ਕੇ ਚੰਗੀ ਤਰ੍ਹਾਂ ਸਾਬਣ ਦੇ ਨਾਲ ਧੋ। ਗੁਰਮੁਖੋ ਜਿਹੜਾ ਹੁਣ ਸਾਇੰਸ ਵਾਲੇ ਕੂਕ ਕੇ ਇਹ ਲੋਕਾਂ ਨੂੰ ਮਰਜ਼ਾਦਾ ਦੱਸਦੇ ਆ, ਪਰ ਇਹ ਮਰਜ਼ਾਦਾ ਦੁਨੀਆ ਦੇ ਲੋਕਾਂ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਜ ਤੋਂ 300 ਸਾਲ ਪਹਿਲਾਂ ਦੱਸ ਕੇ ਗਏ ਸੀ। ਪਰ ਆਪਾਂ ਗੁਰੂ ਦੀ ਦੱਸੀ ਹੋਈ ਮਰਜ਼ਾਦਾ 'ਤੇ ਅਸਰ ਨਹੀਂ ਕੀਤਾ। ਉਦੋਂ ਤੇ ਜਿਹੜੇ ਤਰਕਵਾਦੀ ਲੋਕ ਸਨ ਉਹ ਕਹਿੰਦੇ ਸਨ ਕਿ ਟਕਸਾਲੀ ਕੇਲੇ ਧੋ ਕੇ ਖਾਂਦੇ ਆ। ਗੁਰਮੁਖੋ ਹੁਣ ਡਾਕਟਰ ਕਹਿੰਦੇ ਹੁਣ ਧੋ ਕੇ ਕਿਉਂ ਖਾਂਦੇ ਆ? ਆਖੇ ਜੀ ਟਕਸਾਲੀ ਟੂਟੀਆਂ ਬੜੀਆਂ ਮਾਂਜਦੇ ਆ। ਅਤੇ ਹੁਣ ਡਾਕਟਰਾਂ ਨੂੰ ਕਹਿ ਦਿਓ ਝੂਠ ਮਾਰਦੇ ਆ। ਹੁਣ ਡਾਕਟਰਾਂ ਨੂੰ ਕਹੋ ਵੀ ਇਹ ਕਰਮਕਾਂਡੀ ਆ, ਇਹ ਕੰਮ ਅਸੀਂ ਨਹੀਂ ਕਰਨਾ। ਗੁਰਮੁਖੋ ਇਹ ਗੱਲਾਂ ਸਾਨੂੰ ਅੱਜ ਤੋਂ 300 ਸਾਲ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸੀਆਂ ਸਨ। ਪਰ ਜਿਹੜਾ ਟਕਸਾਲ ਦੇ ਵਿੱਚ ਪੜ੍ਹਿਆ ਵਿਦਿਆਰਥੀ ਆ, ਜਦੋਂ ਗੱਡੀ ਮੋਟਰ ਜਹਾਜ਼ 'ਤੇ ਸਫ਼ਰ ਕਰਦਾ, ਸਫ਼ਰ ਕਰਕੇ ਜਦੋਂ ਆਪਣੇ ਘਰ ਜਾਂ ਉਹਨੇ ਜਿਸ ਜਗ੍ਹਾ 'ਤੇ ਜਾਣਾ ਹੁੰਦਾ ਉਸ ਜਗ੍ਹਾ 'ਤੇ ਪਹੁੰਚ ਕਰਕੇ ਗੁਰਮੁਖੋ ਸਮੇਤ ਦਸਤਾਰ ਚੋਲਾ, ਫਿਰ ਆਪਣਾ ਹਜ਼ੂਰੀਆ, ਜਿੰਨੇ ਵੀ ਉਹਨੇ ਤਨ 'ਤੇ ਬਸਤਰ ਪਾਏ ਹੁੰਦੇ ਆ, ਸਾਰਿਆਂ ਨੂੰ ਸਾਬਣ ਦੇ ਨਾਲ ਧੋਂਦਾ, ਕੇਸੀ ਇਸ਼ਨਾਨ ਕਰਦਾ। ਇਹ ਮਰਜ਼ਾਦਾ ਤੇ ਕਲਗੀਧਰ ਪਾਤਸ਼ਾਹ ਨੇ ਸਾਨੂੰ 300 ਸਾਲ ਪਹਿਲਾਂ ਦੱਸੀ ਸੀ। ਅਤੇ ਆਪਾਂ ਕਹਿ ਦਿੱਤਾ ਜੀ ਇਹ ਬਾਹਮਣਵਾਦ ਆ, ਇਹ ਕਰਮ ਕਾਂਡ ਆ, ਕੇਲਿਆਂ ਨੂੰ ਕੀ ਲੱਗ ਗਿਆ, ਫਲਾਂ ਨੂੰ ਕੀ ਲੱਗ ਗਿਆ, ਇਹ ਤਾਂ ਕੁਦਰਤ ਨੇ ਬਣਾਇਆ। ਅਤੇ ਹੁਣ ਗੁਰਮੁਖੋ ਸਾਰੇ ਲੋਕਾਂ ਨੇ ਮੂੰਹ 'ਤੇ ਪੱਟੀਆਂ ਕਿਉਂ ਬੰਨੀਆਂ? ਹੁਣ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਕਿਉਂ ਧੋਂਦੇ ਆ? ਹੁਣ ਹਰ ਇੱਕ ਚੀਜ਼ ਨੂੰ ਧੋ ਕੇ ਕਿਉਂ ਖਾਂਦੇ ਆ? ਗੁਰਮੁਖੋ ਇਹ ਬਚਨ ਸਾਨੂੰ ਅੱਜ ਤੋਂ 300 ਸਾਲ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸੇ ਸਨ। ਅਤੇ ਉਹਨਾਂ ਦੇ ਪ੍ਰਥਾਏ ਬਚਨ ਆਉਂਦਾ, ਗੁਰ ਕਹਿਆ ਸਾਕਾਰ ਕਮਾਹੋ। ਜੋ ਗੁਰੂ ਨੇ ਸਾਨੂੰ ਦੱਸਿਆ ਉਹਨੂੰ ਸਤ ਬਚਨ ਕਹਿ ਕਰਕੇ ਮੰਨੀਏ। ਅਤੇ ਜਦੋਂ ਅਸੀਂ ਮੰਨਾਂਗੇ ਅਤੇ ਗੁਰਮੁਖੋ ਜੇਕਰ ਇਹ ਮਰਜ਼ਾਦਾ 300 ਸਾਲ ਦੀ ਦੁਨੀਆ ਦੇ ਲੋਕਾਂ ਨੇ ਲਾਗੂ ਕੀਤੀ ਹੁੰਦੀ ਨਾ, ਅਤੇ ਸ਼ਾਇਦ ਸਾਨੂੰ ਇਹਨਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਨਾ ਹੋਣਾ ਪੈਂਦਾ। ਅਤੇ ਇੱਕ ਜਿਹੜੇ ਤਰਕਵਾਦੀ ਨਾਸਤਿਕ ਬਿਰਤੀ ਵਾਲੇ ਲੋਕ ਆ ਨਾ, ਉਹ ਇਹ ਥਾਂ 'ਤੇ ਰੌਲਾ ਪਾਉਂਦੇ ਸੀ ਕਿ ਗੁਰਦੁਆਰੇ ਬੜੇ ਹੋ ਗਿਆ, ਹੁਣ ਕਾਰ ਸੇਵਾ ਵਾਲੇ ਬਾਬਿਆਂ ਨੂੰ ਸਕੂਲ ਬਣਾਉਣੇ ਚਾਹੀਦੇ ਆ, ਕਾਲਜ ਬਣਾਉਣੇ ਚਾਹੀਦੇ ਆ। ਅਤੇ ਗੁਰਮੁਖੋ ਬਾਹਰਲੇ ਦੇਸ਼ਾਂ ਵਿੱਚ ਜਾਓ, ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਕਹਿੰਦੀਆਂ ਕਿ ਜੇਕਰ ਸਹੂਲਤ ਮਿਲੀ ਆ ਗਰੀਬ ਲੋੜਵੰਦ ਲੋਕਾਂ ਨੂੰ, ਗੁਰੂ ਘਰ 'ਚੋਂ ਮਿਲੀ ਆ, ਪ੍ਰਸ਼ਾਦਾ ਮਿਲਿਆ ਲੋੜਵੰਦਾਂ ਨੂੰ, ਗਰੀਬਾਂ ਨੂੰ ਗੁਰੂ ਘਰ ਦੇ ਵਿੱਚੋਂ ਮਿਲਿਆ,
ਕਿਸੇ ਨੂੰ ਯੂਨੀਵਰਸਿਟੀ ਚੋਂ, ਕਾਲਜ ਚੋਂ, ਸਕੂਲ ਚੋਂ ਕਿਸੇ ਨੂੰ ਪ੍ਰਸ਼ਾਦਾ ਮਿਲਿਆ? ਗੁਰਮੁਖੋ ਨਹੀਂ। ਗੁਰੂ ਘਰ ਹੁੰਦਾ ਹੈ। ਗੁਰੂ ਘਰ ਦੇ ਵਿੱਚੋਂ ਤਨ ਦਾ ਸੁੱਖ, ਮਨ ਦਾ ਸੁੱਖ, ਇਸ ਲੋਕ ਦਾ ਸੁੱਖ ਤੇ ਪਰਲੋਕ ਦਾ ਸੁੱਖ ਮਿਲਦਾ। ਉਹਨਾਂ ਸੁੱਖਾਂ ਦੇ ਪਰਥਾਏ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੁਆ ਜੀਜੇ। ਗੁਰਮੁਖੋ ਇਸ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਵਿੱਚੋਂ ਦੁਨੀਆ ਦੇ ਸੁੱਖ ਮਿਲਦੇ ਆ, ਲੋਕ ਦੇ ਸੁੱਖ ਮਿਲਦੇ ਆ, ਪਰਲੋਕ ਦੇ ਸੁੱਖ ਮਿਲਦੇ ਆ, ਤਨ ਦੇ ਸੁੱਖ ਮਿਲਦੇ ਆ, ਮਨ ਦੇ ਸੁੱਖ ਮਿਲਦੇ ਆ। ਤੇ ਇਸ ਦਰ ਤੇ ਇਸ ਘਰ ਵਿੱਚ ਹਰ ਇੱਕ ਬਿਮਾਰੀ ਦਾ ਇਲਾਜ ਕੀਤਾ ਜਾਂਦਾ। ਸਰਬ ਰੋਗ ਕਾ ਔਖਦ ਨਾਮ। ਗੁਰਮੁਖੋ ਜਦੋਂ ਡਾਕਟਰਾਂ ਦੇ, ਸਾਇੰਸਦਾਨਾਂ ਦੇ ਹੱਥ ਖੜੇ ਹੋ ਜਾਂਦੇ ਆ ਨਾ ਕਿ ਸਾਡੀ ਸੋਚ ਤੋਂ ਇਹ ਰੋਗ ਬਾਹਰ ਆ, ਤੇ ਉਸ ਰੋਗ ਦਾ ਇਲਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਵਿੱਚ ਕੀਤਾ ਜਾਂਦਾ। ਇਹ ਨਹੀਂ ਵੀ ਇੱਥੋਂ ਬੁਖਾਰ ਦੀ ਦਵਾਈ ਮਿਲਦੀ ਆ, ਜ਼ੁਕਾਮ ਦੀ ਨਹੀਂ ਮਿਲਦੀ, ਜਾਂ ਕੈਂਸਰ ਦੀ, ਬਲੱਡ ਪ੍ਰੈਸ਼ਰ ਦੀ ਦਵਾਈ ਨਹੀਂ ਮਿਲਦੀ। ਸਰਬ ਰੋਗ ਕਾ, ਜਿਹੜੇ ਸਾਰੇ ਦੁਨੀਆ ਦੇ ਰੋਗ ਆ, ਔਖਦ ਨਾਮ। ਔਖਦ ਨਾਮ ਹੈ ਦਵਾਈ ਦਾ, ਤੇ ਨਾ ਪਰਮੇਸ਼ਰ ਦੀ ਬੰਦਗੀ ਦਾ। ਜਦੋਂ ਅਸੀਂ ਪਰਮੇਸ਼ਰ ਦੀ ਬੰਦਗੀ ਕਰਾਂਗੇ ਇਹਨਾਂ ਦੁੱਖਾਂ ਤੋਂ ਸਾਨੂੰ ਨਿਵਰਤੀ ਮਿਲੇਗੀ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਜੋ ਤੁਧ ਭਾਵੈ, ਜੋ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ, ਸਾਈ ਭਲੀ ਕਾਰ, ਉਹੀ ਭਾਈ ਸ੍ਰੇਸ਼ਟ ਚੰਗਾ ਕੰਮ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਆਕਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਤੂੰ ਸਦਾ ਸਲਾਮਤ, ਤੂੰ ਜੁਗੋ ਜੁਗ ਅਟਲ ਰਹਿਣ ਵਾਲਾ, ਉਹ ਅਬਨਾਸੀ ਪੁਰਖ ਹੈ। ਸਭ ਮੈਂ ਰਹਿਆ ਸਮਾਏ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ, ਉਹ ਅਬਨਾਸੀ ਪੁਰਖ ਹੈ। ਸਭ ਮੈਂ ਰਹਿ ਸਮਾਏ। ਹੀ ਅਕਾਲ ਪੁਰਖ ਵਾਹਿਗੁਰੂ, ਤੂੰ ਸਦੀਵ ਕਾਲ ਅਟਲ ਰਹਿਣ ਵਾਲਾ ਹੈ। ਨਾ ਜੰਮਦਾ ਨਾ ਮਰਦਾ, ਨਾ ਜੰਮ ਕਰਕੇ ਧਰਤੀ 'ਤੇ ਆਉਣਾ ਹੈ, ਨਾ ਮਰ ਕੇ ਸੱਚੇ ਪਾਤਸ਼ਾਹ ਪਰਲੋਕ ਨੂੰ ਜਾਣਾ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਦਾਸ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ, ਕੀਰਤਨ, ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ